ਕਰਤਾਰ ਸਰਾਭੇ ਬਾਰੇ ਇਹ ਪੜ੍ਹਿਆ ਜਾਂਦਾ ਵੀ ਪਹਿਲੇ ਭਾਰਤੀ ਸੀ ਜਿਨ੍ਹਾਂ ਨੇ ਜਹਾਜ਼ ਉਡਾਇਆ ਸੀ। ਇੱਕ ਪਾਸੇ ਸਾਡੇ ਕੋਲ ਸ਼ਹੀਦ ਕਰਤਾਰ ਸਿੰਘ ਸਰਾਭਾ ਵਰਗੇ ਜੀ, ਇੱਕ ਪਾਸੇ ਉਹ ਹੈ, ਇੱਕ ਪਾਸੇ ਅੱਜ ਦਾ ਜਿਹੜਾ ਨੌਜਵਾਨ ਹੈ। ਇਹ ਇੰਨਾ ਫਰਕ ਜਿਹੜਾ ਹੈਗਾ, ਸ਼ਹੀਦ ਕਰਤਾਰ ਸਿੰਘ ਸਰਾਭੇ ਵਰਗੇ ਨੇ ਜੀ, ਉਦੋਂ ਉਹ ਜਿਹੜੇ ਸੀਗੇ ਇੱਕ ਕ੍ਰਾਂਤੀਕਾਰੀ ਬਣਦੇ ਆ। ਜਿਹੜੇ ਉੱਥੇ ਵੱਡੀਆਂ ਘਟਨਾਵਾਂ ਕੈਨੇਡਾ ਅਮਰੀਕਾ ਦੇ ਵਿੱਚ ਵਾਪਰੀਆਂ ਨੇ, ਉਹਨਾਂ ਦੇ ਵਿੱਚ ਕੌਣ ਨੇ ਉਹ ਸਾਡੇ ਇੱਥੋਂ ਦਾ ਜਿਹੜਾ ਨੌਜਵਾਨ ਗਿਆ 1990 ਤੋਂ ਬਾਅਦ ਦਾ, ਉਹ ਜਿਹੜਾ ਨੌਜਵਾਨ ਹੈ ਉੱਥੇ ਜਾ ਕੇ ਗੈਂਗਸਟਰ ਬਣ। ਜਿਹੜੇ ਅਮੀਰ ਮੁਲਕ ਨੇ ਉਹ ਇਹ ਪੰਜਾਬੀਆਂ ਦੀ ਨਬਜ਼ ਨੂੰ ਸਮਝਦੇ ਆ ਔਰ ਉਹ ਕਹਿੰਦੇ ਨੇ ਕਿ ਤੁਸੀਂ ਆਓ ਔਰ ਆਪਣਾ 25 ਤੋਂ 30 ਲੱਖ ਰੁਪਇਆ ਲਾਓ, ਇੱਥੇ ਲੈ ਕੇ ਆਓ ਔਰ ਸਾਨੂੰ ਸਸਤੀ ਲੇਬਰ ਵੀ ਦਿਓ। ਕਰਤਾਰ ਸਰਾਭਾ ਹੁਣ ਪਹਿਲੇ ਸੰਪਾਦਕੀ ਲਿਖਦੇ ਨੇ, ਸਾਡਾ ਨਾਮ ਸਾਡਾ ਕੰਮ। ਪਰ ਅੱਜ ਜੇ ਆਪਾਂ ਦੇਖਦੇ ਹਾਂ ਵੀ ਗਾਣਿਆਂ 'ਚ ਇਹ ਵੱਜਦਾ ਕਿ 16ਵਾਂ ਵੀ ਟੱਪਿਆ, 17ਵਾਂ ਵੀ ਟੱਪਿਆ, 18ਵਾਂ 'ਚ ਮੁੰਡਾ ਬਦਨਾਮ ਹੋ ਗਿਆ। ਹੁਣ ਉਹ ਵੀ 18 ਸਾਲ ਦਾ, ਇੱਧਰ ਬਦਨਾਮ ਆਣਾ ਹੋਣਾ। ਇਹ ਇੱਕ ਬਹੁਤ ਖਤਰਨਾਕ ਟ੍ਰੈਂਡ ਜਿਹੜਾ ਹੈਗਾ ਜੀ, ਇਹ ਚੱਲ ਰਿਹਾ। ਉਹ ਸਾਡੇ ਆਪਣੇ ਸਮਾਜ ਨੂੰ, ਆਪਣੇ ਮੁਲਕ ਨੂੰ ਵਧੀਆ ਬਣਾਉਣਾ ਚਾਹੁੰਦੇ ਸੀਗੇ, ਉਹਨਾਂ ਵਰਗਾ ਬਣਾਉਣਾ ਚਾਹੁੰਦੇ ਸੀਗੇ। ਬਾਬਾ ਸੋਹਣ ਸਿੰਘ ਭਕਨਾ ਦੇ ਉਹ ਬਹੁਤ ਪਿਆਰੇ ਸੀ। ਇਸ ਕਰਕੇ ਪਿਆਰੇ ਸੀ ਕਿ ਉਹ ਛੋਟੀ ਉਮਰ ਦੇ ਨੇ ਜਾਂ ਸੋਚ ਵੱਡੀ ਹੈ, ਇਸ ਕਰਕੇ। ਛੋਟੀ ਉਮਰ ਤਾਂ ਹੈਗੀ ਹੈ ਕਿ ਛੋਟੀ ਉਮਰ ਦੇ ਵਿੱਚ ਚਾਹੇ ਉਹ ਸਾਈਕਲੋ ਸਟਾਈਲ ਦੇ ਰਾਹੀਂ ਗਦਰ ਅਖਬਾਰ ਕੱਢਣਾ ਹੋਵੇ, ਉਹਦੇ ਵਿੱਚ ਮੋਹਰੀ ਰੋਲ ਅਦਾ ਕਰਦੇ ਆ। ਇੱਥੋਂ ਤੱਕ ਕਿ ਕਾਮਾਗਾਟਾ ਮਾਰੂ ਜਦੋਂ ਇਹ ਘਟਨਾ ਵਾਪਰਦੀ ਹੈ ਤਾਂ ਉਹਦੇ ਵਿੱਚ ਹਥਿਆਰ ਕਿਵੇਂ ਲੈ ਕੇ ਜਾਣੇ ਆ, ਉਹ ਸਾਰੀਆਂ ਜ਼ਿੰਮੇਵਾਰੀਆਂ ਬਹੁਤ ਤਨਦੇਹੀ ਦੇ ਨਾਲ ਸਰਾਭਾ ਜੀ ਨਿਭਾਉਂਦੇ ਨੇ। ਕਾਮਾਗਾਟੂ ਮਾਰੂ ਜਹਾਜ਼ ਦੀ ਤੁਸੀਂ ਗੱਲ ਕਰੀ ਹੈ, ਇਸ ਦੇ ਵਿੱਚ ਕਰਤਾਰ ਸਰਾਭੇ ਹੋਣਾ ਦਾ ਕੀ ਯੋਗਦਾਨ ਰਹਿੰਦਾ ਹੈ? ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੁਰੀ ਆਓ, ਇਤਬਾਰਗ ਪੈਰ ਤਰੀਜੈ, ਸਿਰ ਦੀਜੈ ਕਾਰ ਨਾ ਕੀਜੈ। ਗਦਰੀ ਬਾਬੇ ਸੋਚ ਚੁੱਕੇ ਸੀਗੇ, ਸਰਾਭਾ ਜੀ ਇਹ ਸੋਚ ਚੁੱਕੇ ਸੀਗੇ ਕਿ ਜੇਕਰ ਅਸੀਂ ਅੰਗਰੇਜ਼ ਸਾਮਰਾਜ ਨਾਲ ਜਿਹਦੀ ਸਾਰੀ ਦੁਨੀਆ ਤੇ ਉਹਦੇ ਉਸ ਵੇਲੇ ਸੱਤਾ ਸੀਗੀ, ਜੇਕਰ ਐਡੀ ਵੱਡੀ ਸ਼ਕਤੀ ਨਾਲ ਲੜਨਾ ਹੈ ਤਾਂ ਸਾਨੂੰ ਸਿਰ ਤਲੀ ਤੇ ਤਰਨਾ ਪਏਗਾ। ਕੁਛ ਗਦਾਰ ਤੁਹਾਡੇ ਵਿੱਚ ਹੀ ਬੈਠੇ ਹੁੰਦੇ ਨੇ। ਜੇ ਆਪਾਂ ਔਰੰਗਜ਼ੇਬ ਦੀ ਗੱਲ ਕਰਦੇ ਹਾਂ ਕਿ ਲੋਕ ਅੱਜ ਵੀ ਨਫ਼ਰਤ ਨਾਲ ਦੇਖਦੇ ਨੇ, ਕਿਉਂਕਿ ਸਰਕਾਰਾਂ ਦੀ ਕੋਸ਼ਿਸ਼ ਹੁੰਦੀ ਆ ਹਮੇਸ਼ਾ ਕਿ ਇਹਨਾਂ ਦੇ ਵਿੱਚ ਫੁੱਟ ਪਾਈ ਜਾਏ, ਇਹਨਾਂ ਦੇ ਵਿੱਚੋਂ ਬੰਦੇ ਪੱਟੇ ਜਾਣ ਤਾਂ ਕਿ ਇਹਨਾਂ ਦੀ ਜਿਹੜੀ ਮੂਵਮੈਂਟ ਹੈ, ਸੰਘਰਸ਼ ਹੈ, ਉਹ ਫੇਲ ਹੋ ਜਾਏ। ਕਰਤਾਰ ਸਰਾਭੇ ਹੋਣਾ ਨੂੰ ਉਸ ਦੇਸ਼ ਤੋਂ ਨਿਕਲ ਕੇ ਅਫਗਾਨਿਸਤਾਨ ਜਾਂ ਹੋਰ ਦੇਸ਼ਾਂ ਵੱਲ ਪਰਤਣਾ ਪੈਂਦਾ ਹੈਗਾ। ਜੋ ਉਹਨਾਂ ਦੇ ਸਿਰ ਦੇ ਉੱਤੇ ਇਨਾਮ ਰੱਖਿਆ ਗਿਆ ਸੀਗਾ, ਉਹ ਪੈਸੇ ਲੈਣ ਦੇ ਲਈ, ਉਹ ਇਨਾਮ ਲੈਣ ਦੇ ਲਈ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਗ੍ਰਿਫਤਾਰ ਕਰਵਾਇਆ ਗਿਆ। ਭਗਤ ਸਿੰਘ ਆਪਣੇ ਪਰਸ ਦੇ ਵਿੱਚ ਜਾਂ ਆਪਣੇ ਨਾਲ ਕਰਤਾਰ ਸਰਾਭੇ ਹੋਣਾ ਦੀ ਤਸਵੀਰ ਰੱਖਦੇ ਸੀ। ਉਹ ਕਹਿੰਦੇ ਸੀ ਕਰਤਾਰ ਸਰਾਭਾ ਮੇਰਾ ਗੁਰੂ ਆ। ਅੱਜ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਭਗਤ ਸਿੰਘ ਮੇਰੇ ਗੁਰੂ ਨੇ। ਕੀ ਅਸੀਂ ਉਹਨਾਂ ਦੀ ਵਿਚਾਰਧਾਰਾ ਨੂੰ ਅਪਣਾਉਣੇ ਆ ਔਰ ਲੋਕਾਂ ਦੇ ਉੱਤੇ ਲਾਗੂ ਕਰਨਾ ਚਾਹੁੰਦੇ ਆ? ਇਹ ਇੰਪੋਰਟੈਂਟ ਹੈ। ਇਹ ਨਾ ਹੋਵੇ ਮਤਲਬ ਕੱਲੀਆਂ ਪੱਗਾਂ, ਪਹਿਰਾਵਾ ਭਗਤ ਸਿੰਘ ਪਹਿਰਾਵਾ ਇੰਪੋਰਟੈਂਟ ਹੈਗਾ, ਮੈਂ ਨਹੀਂ ਕਹਿੰਦਾ, ਹੋਣਾ ਵੀ ਚਾਹੀਦਾ। ਜੇ ਕਿਸੇ ਦੇ ਮਨ ਦੇ ਵਿੱਚ ਭਗਤ ਸਿੰਘ ਬਣਨ ਦੀ ਕੋਈ ਇੱਛਾ ਜਾਗਦੀ ਹੈ ਤਾਂ ਇਹ ਚੰਗੀ ਗੱਲ ਹੈ। ਇਹ ਤਾਂ ਨਹੀਂ ਹੋਏਗਾ ਵੀ ਪੱਗ ਬੰਨ ਕੇ ਭਗਤ ਸਿੰਘ ਬਣੂਗਾ। ਦਿੱਖ ਦੇ ਨਾਲ ਵਿਚਾਰ ਜਿਹੜੇ ਨੇ ਉਹ ਵੀ ਉਨੇ ਇੰਪੋਰਟੈਂਟ ਨੇ ਜਿੰਨੀ ਦਿੱਖ ਹੈ। 8 ਸਾਲ ਪਹਿਲਾਂ ਦੁਨੀਆ ਦੀ ਪਹਿਲੀ ਯੂਨੀਵਰਸਿਟੀ ਹੈ ਜਿੱਥੇ ਕਰਤਾਰ ਸਿੰਘ ਸਰਾਭੇ ਹੋਣਾ ਦੇ ਨਾਂ ਦੇ ਉੱਤੇ ਚੇਅਰ ਸਥਾਪਿਤ ਕੀਤੀ ਗਈ। ਉਸ ਚੇਅਰ ਦੇ ਲਈ ਸਰਕਾਰ ਕੀ ਸੋਚ ਰਹੀ ਹੈ? ਜਿੱਥੋਂ ਤੱਕ ਸਰਕਾਰਾਂ ਦੀ ਗੱਲ ਹੈ, ਸਰਕਾਰ ਦੀ ਜਾਂ ਜਿਹੜੇ ਯੂਨੀਵਰਸਿਟੀ ਅਥਾਰਟੀ ਦੀ, ਉਹ ਕੋਈ ਬਹੁਤਾ ਇੰਟਰਸਟ ਮੈਨੂੰ ਲੈਂਦੀ ਦਿਖਾਈਆਂ ਦਿੰਦੀਆਂ। ਮਤਲਬ ਸਿਰਫ ਇੱਥੋਂ ਤੱਕ ਇਹ ਵੀ 24 ਤੇ 16 ਦਿਨ ਹੀ ਮਨਾਉਣੇ। ਜਿੰਨੀ ਦੇਰ ਸਰਕਾਰਾਂ ਜਾਂ ਅਥਾਰਟੀ ਜਿਹੜੀ ਹੈਗੀ ਹੈ ਬਾਂਹ ਨਹੀਂ ਫੜਦੀ ਚੇਅਰ ਦੀ, ਉਨੀ ਦੇਰ ਇਹ ਸਿਲਸਿਲਾ ਜਿਹੜਾ ਹੈਗਾ ਅੱਗੇ ਨਹੀਂ ਵੱਧ ਸਕਦਾ।
ਸੇਵਾ ਦੇਸ਼ ਦੀ ਜ਼ਿੰਦੜੀ ਬੜੀ ਔਖੀ ਤੇ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ। ਪੰਜਾਬ ਦਾ ਉਹ ਨੌਜਵਾਨ ਜਿਸ ਦਾ ਪਿੰਡ ਹੈ ਸਰਾਭਾ, ਜਦੋਂ ਸਰਾਭਾ ਕਹਿੰਦੇ ਆ ਤਾਂ ਸਰਾਭੇ ਦਾ ਚਿਹਰਾ, ਕਰਤਾਰ ਸਿੰਘ ਸਰਾਭੇ ਦਾ ਚਿਹਰਾ ਤੁਹਾਡੇ ਸਾਹਮਣੇ ਆ ਜਾਂਦਾ। 18 ਸਾਲ ਦਾ ਉਹ ਨੌਜਵਾਨ ਦੇਸ਼ ਦੇ ਖਾਤਰ, ਭਾਰਤ ਦੇ ਖਾਤਰ, ਪੂਰੇ ਪੰਜਾਬ ਦੇ ਖਾਤਰ ਇੰਨੀ ਵੱਡੀ ਸੋਚ ਰੱਖਦਾ ਹੈ। ਉਸ ਨੌਜਵਾਨ ਦਾ 24 ਮਈ ਨੂੰ ਜਨਮ ਦਿਨ ਹੈ ਤੇ ਉਸ ਜਨਮ ਦਿਨ ਦੇ ਤਹਿਤ ਅਸੀਂ ਅੱਜ ਇੱਕ ਖਾਸ ਪ੍ਰੋਗਰਾਮ ਕਰਨ ਲੱਗੇ ਹਾਂ। ਖਾਸ ਇੰਟਰਵਿਊ ਹੈ, ਖਾਸ ਗੱਲਬਾਤ ਹੈ, ਜਿਸ ਦੇ ਵਿੱਚ ਤੁਹਾਨੂੰ ਕਰਤਾਰ ਸਿੰਘ ਸਰਾਭੇ ਬਾਰੇ ਜਾਣਨ ਦੀ ਜਿਹੜੀ ਉਹ ਤੁਹਾਡੀ ਇੱਛਾ ਜਿਹੜੀ ਉਹ ਹੋਰ ਪੂਰੀ ਹੋਏਗੀ। ਤੁਸੀਂ ਕਰਤਾਰ ਸਰਾਭੇ ਦੇ ਨੇੜੇ ਹੋਵੋਗੇ। ਸਾਡੇ ਨਾਲ ਨੇ ਡਾਕਟਰ ਭੀਮਿੰਦਰ। ਡਾਕਟਰ ਸਾਹਿਬ ਸਵਾਗਤ ਹੈ। ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ ਜੀ। ਪਹਿਲਾਂ ਤਾਂ ਬਹੁਤ ਖੁਸ਼ੀ ਹੋਈ, ਤੁਹਾਡੀ ਜਿਹੜੀ ਪਹਿਲੀ ਇੰਟਰਵਿਊ ਸੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਿਆ, ਦੇਖਣ ਵਾਲ ਨੂੰ ਬਹੁਤ ਪਸੰਦ ਆਈ ਜੀ। ਬਹੁਤ ਮੈਨੂੰ ਵੀ ਬਹੁਤ ਅੱਛਾ ਲੱਗਿਆ ਔਰ ਬੜੇ ਫੋਨ ਆਏ ਔਰ ਬਹੁਤ ਸਾਰੇ ਲੋਕਾਂ ਨੇ ਮੁਬਾਰਕਾਂ ਦਿੱਤੀ ਜੀ। ਆਪਾਂ ਸਰਾਭਾ ਹੁਣਾਂ ਦਾ ਜਿਹੜਾ ਜਨਮ ਹੈ 24 ਤਰੀਕ ਜੀ, 24 ਮਈ ਹੈ ਤੇ ਦਿਨ ਆ ਰਿਹਾ ਹੈਗਾ, ਤਾਂ ਸਰਾਭੇ ਹੁਣਾਂ ਤੇ ਆਪਾਂ ਗੱਲ ਕਰਦੇ ਹਾਂ। 18 ਸਾਲ ਦਾ ਉਹ ਨੌਜਵਾਨ, ਅਸੀਂ ਤਸਵੀਰ ਦੇਖਦੇ ਹਾਂ, ਸਾਡੇ ਬੱਚੇ ਦੇਖਦੇ ਆ, ਪੜ੍ਹਦੇ ਆ ਕਿਤਾਬਾਂ। 18 ਸਾਲ ਦਾ ਨੌਜਵਾਨ ਜਿਹੜਾ ਉਸ ਸਮੇਂ ਜਿਸ ਦੇ ਪਿਤਾ ਦੀ ਜਿਹੜੀ ਮੌਤ ਹੋ ਜਾਂਦੀ ਹੈ ਬਚਪਨ ਦੇ ਵਿੱਚ, ਫਿਰ ਦਾਦਾ ਪਾਲਦਾ ਹੈਗਾ। ਦਾਦੇ ਦੀ ਇੱਛਾ ਹੈਗਾ ਕਿ ਮੇਰਾ ਜਿਹੜਾ ਪੋਤਾ ਹੈ ਉਹ ਮਤਲਬ ਕਿਸੇ ਵੱਡੀ ਪਦਵੀ ਤੇ ਪੜ੍ਹੇ, ਬਣੇ, ਕਿਤੇ ਬੈਠੇ ਕੁਰਸੀ ਤੇ। ਇਸ ਕਰਕੇ ਉਹ ਜਾਂਦੇ ਨੇ ਬਾਹਰ ਵਿਦੇਸ਼ ਪੜ੍ਹਨ 18 ਸਾਲ ਦੀ ਉਮਰ, ਮਤਲਬ ਉਸ ਉਮਰ ਦੇ ਵਿੱਚ। ਤਾਂ ਉੱਥੇ ਉਹ ਰਸਾਇਣ ਵਿਗਿਆਨ ਪੜ੍ਹਦੇ ਨੇ ਜੀ। ਉਹ ਨੌਜਵਾਨ ਜਿਹੜਾ ਉਸ ਸਮੇਂ ਦਾ ਨੌਜਵਾਨ ਹੈ, ਉਹ ਇੱਕ ਟੀਚਾ ਲੈ ਕੇ ਗਿਆ ਵੀ ਮੈਂ ਐਜੂਕੇਸ਼ਨ ਹਾਸਲ ਕਰਨੀ ਹੈ, ਦੇਸ਼ ਪਰਤਨ ਹੈ, ਇੱਥੇ ਸੇਵਾ ਕਰਨੀ ਹੈ। ਉੱਥੇ ਜਾ ਕੇ ਮਤਲਬ ਬਦਲਦਾ ਵੀ ਅੰਗਰੇਜ਼ਾਂ ਦਾ ਰਾਜ ਹੋ ਗਿਆ, ਆਪਾਂ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣਾ। ਅੱਜ ਦਾ 18 ਸਾਲ ਦਾ ਨੌਜਵਾਨ ਤੇ ਉਹ ਨੌਜਵਾਨ, ਕੀ ਅੰਤਰ ਦੇਖਦੇ ਹੋ? ਦੇਖੋ, ਬੜਾ ਅੰਤਰ ਹੈ ਔਰ ਬਹੁਤ ਸਾਰੇ ਇਸ ਅੰਤਰ ਦੇ ਕਾਰਨ ਨੇ ਜੀ। ਜੇ ਮੈਂ ਗੱਲ ਕਰਾਂ, ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਬਾਰੇ ਆਪਣੀ ਜਿਹੜੀ ਗੱਲਬਾਤ ਹੈ ਉਹ ਨੂੰ ਕਰਨ ਦਾ ਜਿਹੜਾ ਹੈਗਾ ਹੌਸਲਾ ਵਿਖਾਇਆ ਔਰ ਤੁਹਾਨੂੰ ਤੁਹਾਡਾ ਬਹੁਤ ਧੰਨਵਾਦ ਹੈ। ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਉਹਦੇ 'ਚ ਮੈਂ ਇਹ ਕਹਿਣਾ ਕਿ ਜਦੋਂ ਅਸੀਂ ਇੱਕ ਸਦੀ ਦਾ ਪ੍ਰਵਾਸ ਵੇਖਦੇ ਹਾਂ ਜੀ, ਜੋ ਹੋਇਆ ਪਿਛਲੇ ਲੰਬੇ ਸਮੇਂ ਤੋਂ, ਤਾਂ ਮੈਂ 3 ਹਿੱਸਿਆਂ 'ਚ ਵੰਡਦਾ ਜੀ। ਇੱਕ ਹਿੱਸਾ ਹੈ ਕਿ 1900 ਤੋਂ ਲੈ ਕੇ ਆਪਾਂ 1947 ਤੱਕ ਦਾ, ਜਿਹੜੇ ਲੋਕ ਇਸ ਦੌਰਾਨ ਗਏ, ਚਾਹੇ ਉਹ ਨਾਮ ਕਟੇ ਹੋਏ ਫੌਜੀ ਸੀਗੇ, ਚਾਹੇ ਉਹ ਗਰੀਬ ਕਿਸਾਨੀ ਹੈ ਜੀ, ਔਰ ਜਿਹੜੀ ਕਿਸਾਨੀ ਇੱਥੋਂ ਜਾ ਕੇ ਉੱਥੇ ਮਜ਼ਦੂਰ ਬਣਦੀ ਹੈ ਬਾਹਰ, ਇਹਦੇ ਵਿੱਚ ਜਦੋਂ ਉਹ ਜਾਂਦੇ ਹੈ ਬਹੁਤ ਸਾਰੇ ਕਸ਼ਟਾਂ ਦੇ ਨਾਲ ਜਾਂਦੇ ਹੈ। ਉਦੋਂ ਤਾਂ ਹਵਾਈ ਜਹਾਜ਼ ਹੁੰਦੇ ਨਹੀਂ ਸੀਗੇ, ਸਮੁੰਦਰ ਰਾਹੀਂ ਜਾਣਾ ਪੈਂਦਾ ਸੀਗਾ, ਬਹੁਤ ਲੰਬਾ ਸਮਾਂ ਲੱਗਦਾ ਸੀਗਾ, ਬੜੇ ਕਸ਼ਟ ਸਹਿਣੇ ਪੈਂਦੇ ਸੀਗੇ। ਸੋ ਉਦੋਂ ਜਦੋਂ ਜਾਂਦੇ ਸੀ ਤਾਂ ਉੱਥੇ ਜਾ ਕੇ ਮਿਹਨਤਾਂ ਮੁਸ਼ੱਕਤਾਂ ਕਰਦੇ ਸੀ ਔਰ ਉਹ ਮਿਹਨਤ ਮੁਸ਼ੱਕਤ ਤੋਂ ਬਾਅਦ ਉਹਨਾਂ ਦੀ ਇੱਛਾ ਹੁੰਦੀ ਸੀ ਕਿ ਅਸੀਂ ਆਪਣੇ ਮੁਲਕ ਨੂੰ ਆਜ਼ਾਦ ਕਰਾਈਏ ਜੀ। ਔਰ ਤੁਸੀਂ ਦੇਖੋਗੇ ਕਿ ਜਿੰਨੇ ਵੀ ਵੱਡੇ ਜਦੋਂ ਅਸੀਂ ਦੇਸ਼ ਭਗਤਾਂ ਦੀ ਗੱਲ ਕਰਦੇ ਹਾਂ, ਜਿਹਦੇ ਵਿੱਚ ਸੋਹਣ ਸਿੰਘ ਭਕਨਾ ਜੀ ਨੇ, ਜਿਹੜੇ ਕਿ ਗਦਰ ਲਹਿਰ ਦੇ ਮੋਢੀ ਬਣੇ, ਪਹਿਲੇ ਪ੍ਰਧਾਨ ਬਣੇ। ਇਸੇ ਤਰ੍ਹਾਂ ਲਾਲਾ ਹਰਦਿਆਲ ਜੀ ਨੇ, ਇਸੇ ਤਰ੍ਹਾਂ ਮੰਡੋਲੀ ਬਾਬਾ ਗੁਰਦੇਵ ਸਿੰਘ, ਬਾਬਾ ਗੁਰਦੇਵ ਸਿੰਘ ਹੋਰੀ ਨੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਪੂਰਾਂ ਦੇ ਪੂਰ ਜਦੋਂ ਜਾਂਦੇ ਸੀ ਤਾਂ ਉਹਨਾਂ ਦਾ ਮਕਸਦ ਜਾਣ ਦਾ ਇਹ ਸੀਗਾ ਕਿ ਇੱਥੇ ਰਹਿ ਕੇ ਅਸੀਂ ਜਿੱਥੇ ਪੈਸੇ ਕਮਾਉਣੇ ਨੇ, ਰੋਜ਼ੀ ਰੋਟੀ ਕਮਾਉਣੀ ਹੈ, ਉੱਥੇ ਅਸੀਂ ਆਪਣੇ ਮੁਲਕ ਨੂੰ ਆਜ਼ਾਦ ਕਰਾਉਣਾ, ਚਾਹੇ ਕੁਝ ਵੀ ਹੋ ਜਾਏ। ਚਾਹੇ ਇੱਥੋਂ ਤੱਕ ਜਦੋਂ ਗਦਰ ਲਹਿਰ ਡਿਵੈਲਪ ਹੁੰਦੀ ਹੈ, ਜਦੋਂ ਗਦਰ ਪਾਰਟੀ ਬਣਦੀ ਹੈ 1913 ਦੇ ਵਿੱਚ, ਨਵੰਬਰ ਦੇ ਵਿੱਚ, ਤਾਂ ਉਹਨਾਂ ਦਾ ਮਕਸਦ ਇਹੀ ਸੀਗਾ ਕਿ ਹਥਿਆਰਬੰਦ ਇਨਕਲਾਬ ਦੇ ਰਾਹੀਂ ਅਸੀਂ ਹਿੰਦੁਸਤਾਨ ਨੂੰ ਆਜ਼ਾਦ ਕਰਾ ਕੇ ਇੱਥੇ ਇੱਕ ਪਹਿਲੀ ਵਾਰੀ ਉਹਨਾਂ ਨੇ ਸੋਚਿਆ ਕਿ ਸਵੈ ਰਾਜ ਹੋਏਗਾ, ਇੰਡੀਪੈਂਡੈਂਟ ਰਾਜ ਹੋਏਗਾ, ਹਿੰਦੁਸਤਾਨੀਆਂ ਦਾ ਰਾਜ ਹੋਏਗਾ। ਸੋ ਉਹ ਇੱਕ ਸੁਪਨਾ ਲੈ ਕੇ ਉਸ ਵੇਲੇ ਪ੍ਰਵਾਸੀ ਜਾਂਦੇ ਸੀਗੇ ਔਰ ਉਹਦੇ ਲਈ ਉਹ ਵੱਡੀਆਂ ਤੋਂ ਵੱਡੀਆਂ ਕੁਰਬਾਨੀਆਂ ਵੀ ਕਰਦੇ ਸੀਗੇ ਜੀ। ਔਰ 47 ਤੋਂ ਬਾਅਦ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਦੂਜਾ ਪੂਰ ਜਾਂਦਾ ਹੈ, ਜਦੋਂ ਮੁਲਕ ਆਜ਼ਾਦ ਹੋ ਜਾਂਦਾ ਹੈ, ਤਾਂ ਇਹਦੇ ਵਿੱਚ ਪ੍ਰਵਾਸੀ ਜਾਂਦੇ ਤਾਂ ਹੈਗੇ ਨੇ, ਸੁਪਨੇ ਵੀ ਹੈਗੇ ਨੇ, ਪਰ ਉਹ ਸੁਪਨੇ ਇੱਥੇ ਬਦਲ ਜਾਂਦੇ ਨੇ। ਉਹ ਸੁਪਨਾ ਕੀ ਹੈ ਕਿ ਅਸੀਂ ਆਪਣੇ ਘਰ ਦੇ ਜਿਹੜੇ ਹੈਗੇ ਨੇ ਕਰਜ਼ੇ ਨੇ ਉਹ ਉਤਾਰਨੇ ਆ ਜੀ, ਅਸੀਂ ਪਿੰਡ ਦੇ ਜਿਹੜਾ ਹੈਗਾ ਸਕੂਲ ਨੂੰ ਪੈਸੇ ਦੇਣੇ ਆ, ਗੁਰਦੁਆਰਾ ਸਾਹਿਬ ਦੇ ਉੱਤੇ ਪੈਸੇ ਲਾਉਣੇ ਆ, ਮੰਦਿਰਾਂ ਦੇ ਉੱਤੇ ਪੈਸੇ ਲਾਉਣੇ ਆ, ਜਾਂ ਹੋਰ ਜਿਹੜੇ ਭਲਾਈ ਦੇ ਕੰਮ ਨੇ ਅਸੀਂ ਉਹ ਕਰਨੇ ਆ ਜੀ। ਸੋ ਇਹ ਸੋਚ ਰਹੀ ਹੈ ਪ੍ਰਵਾਸੀਆਂ ਦੀ 1900 ਆਪਾਂ ਕਹਿ ਸਕਦੇ ਹਾਂ 90 ਤੱਕ। ਜਦੋਂ 90 ਤੋਂ ਬਾਅਦ ਵਾਲਾ ਦੌਰ ਹੈ, ਜਿਹੜਾ ਤੀਜਾ ਦੌਰ ਮੈਂ ਕਹਿ ਰਿਹਾ, ਇਹ ਬੜਾ ਖਤਰਨਾਕ ਦੌਰ ਹੈ। ਇੱਥੋਂ ਸਾਰਾ ਪ੍ਰਵਾਸ ਦਾ ਜਿਹੜਾ
ਜਿਹੜਾ ਸਾਰਾ ਸਿਲਸਿਲਾ ਹੈ ਉਹ ਬਦਲ ਜਾਂਦਾ ਹੈ ਜੀ। ਇੱਥੇ ਆ ਕੇ ਕੀ ਹੁੰਦਾ ਹੈ ਕਿ ਉਹ ਜਿਹੜੇ ਬਾਹਰਲੇ ਜਿਹੜੇ ਸਾਮਰਾਜੀ ਮੁਲਕ ਨੇ, ਜਿਹਦੇ ਵਿੱਚ ਅਮਰੀਕਾ ਹੈ, ਜਿਹਦੇ ਵਿੱਚ ਇੰਗਲੈਂਡ ਹੈ, ਜਿਹਦੇ ਵਿੱਚ ਕੈਨੇਡਾ ਹੈ ਜੀ, ਇਹ ਸਮਝ ਜਾਂਦੇ ਨੇ ਕਿ ਇਹ ਲੋਕਾਂ ਨੂੰ ਕਰੇਜ਼ ਬਹੁਤ ਹੈ ਬਾਹਰਲਾ, ਖਾਸ ਤੌਰ ਤੇ ਪੰਜਾਬੀਆਂ ਨੂੰ ਖਾਸ ਤੌਰ ਤੇ ਜੀ। ਔਰ ਇੱਥੋਂ ਉਸ ਕਰੇਜ਼ ਨੂੰ ਉਹ ਮਤਲਬ ਕੈਸ਼ ਕਰਨਾ ਚਾਹੁੰਦੇ ਨੇ। ਤਾਂ ਉਹ ਕੀ ਕਹਿੰਦੇ ਨੇ ਕਿ ਤੁਸੀਂ ਭਾਈ ਆਓ ਤਾਂ ਸਹੀ। ਜਿਹੜੇ ਪੈਸੇ ਸਾਡੇ ਕਿਸੇ ਵੇਲੇ ਪ੍ਰਵਾਸੀ ਇੱਥੇ ਭੇਜਦੇ ਸੀਗੇ, ਉਹ ਕਹਿੰਦੇ ਵੀ ਤੁਹਾਨੂੰ ਇੱਕ ਐਸੀ ਗੋਲੀ ਦੇਵਾਂਗੇ ਅਸੀਂ, ਤੁਸੀਂ ਐਜੂਕੇਸ਼ਨ ਇੱਥੇ ਲਓਗੇ ਔਰ ਐਜੂਕੇਸ਼ਨ ਲੈ ਕੇ ਤੁਸੀਂ ਸਾਡੇ ਲਈ ਜਿਹੜੀ ਸਸਤੀ ਲੇਬਰ ਹੈ ਉਹ ਵੀ ਦਿਓਗੇ। ਇੱਥੇ ਸਾਡੇ ਕਾਲਜਾਂ ਦੇ ਵਿੱਚ, ਸਾਡੀਆਂ ਯੂਨੀਵਰਸਿਟੀਆਂ ਦੇ ਵਿੱਚ ਜਿਹੜੀਆਂ ਕਿ ਬਹੁਤੀਆਂ ਫੇਕ ਹੁੰਦੀਆਂ ਨੇ ਜਾਂ ਬਹੁਤੀਆਂ ਜਿਹੜੀਆਂ ਲੋਅਰ ਲੈਵਲ ਦੀਆਂ ਜਾਂ ਕਾਲਜ ਨੇ ਜਾਂ ਯੂਨੀਵਰਸਿਟੀਆਂ ਨੇ, ਉੱਥੇ ਤੁਹਾਡੀਆਂ ਐਡਮਿਸ਼ਨਾਂ ਹੋਣਗੀਆਂ। ਔਰ ਉਹਨਾਂ ਨੂੰ ਵੀ ਪਤਾ ਹੈ, ਉਹਨਾਂ ਮੁਲਕਾਂ ਦੇ ਜਿਹੜੇ ਸਰਮਾਏਦਾਰ ਮੁਲਕ ਨੇ, ਜਿਹੜੇ ਅਮੀਰ ਮੁਲਕ ਨੇ, ਉਹ ਇਹ ਪੰਜਾਬੀਆਂ ਦੀ ਨਬਜ਼ ਨੂੰ ਸਮਝਦੇ ਆ ਔਰ ਉਹ ਕਹਿੰਦੇ ਨੇ ਕਿ ਤੁਸੀਂ ਆਓ ਔਰ ਆਪਣਾ 25 ਤੋਂ 30 ਲੱਖ ਰੁਪਇਆ ਇੱਥੇ ਲੈ ਕੇ ਆਓ ਔਰ ਸਾਨੂੰ ਸਸਤੀ ਲੇਬਰ ਵੀ ਦਿਓ। ਹੁਣ ਕੀ ਹੈ ਕਿ ਜਿਹੜੀ ਮੈਂ ਹੁਣ ਗੱਲ ਤੁਹਾਡੇ ਸਵਾਲ ਦੇ ਉੱਤੇ ਫੋਕਸ ਕਰਨਾ ਚਾਹਣਾ ਕਿ ਇੱਕ ਪਾਸੇ ਸ਼ਹੀਦ ਕਰਤਾਰ ਸਿੰਘ ਸਰਾਭੇ ਵਰਗੇ ਨੇ, ਉਦੋਂ ਉਹ ਜਿਹੜੇ ਸੀਗੇ ਇੱਕ ਕ੍ਰਾਂਤੀਕਾਰੀ ਬਣਦੇ ਆ। ਹੁਣ ਕੀ ਹੈ, ਹੁਣ ਦਾ ਜਿਹੜਾ ਅੱਜ ਦਾ ਜਿਹੜਾ ਨੌਜਵਾਨ ਹੈ, ਜਦੋਂ ਜਾਂਦਾ ਹੈ ਉਹ ਉੱਥੇ ਜਾ ਕੇ ਉਹਨਾਂ ਲਈ ਸਸਤੀ ਲੇਬਰ ਵੀ ਦਿੰਦਾ ਉਹਨਾਂ ਨੂੰ ਔਰ ਆਪਣੇ ਘਰਦਿਆਂ ਦੇ ਪੈਸੇ ਵੀ ਖਰਚ ਕਰਵਾਉਂਦਾ ਹੈ ਜੀ। ਮਤਲਬ ਮੈਂ ਤੁਹਾਡੀ ਗੱਲ ਟੋਕ ਰਿਹਾ। ਇੱਕ ਜਿਹੜਾ ਮੇਰਾ ਪੁਆਇੰਟ ਜਿਹੜਾ ਮੈਂ ਦੱਸਣਾ ਚਾਹਣਾ, ਹੁਣ ਉਹ ਕੀ ਬਣ ਰਿਹਾ, ਹੁਣ ਉੱਥੇ ਗੈਂਗਸਟਰ ਬਣ ਰਹੇ ਨੇ। ਹੁਣ ਜਿੰਨੇ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਘਟਨਾਵਾਂ ਨੂੰ ਐਨਾਲਿਸਿਸ ਕਰੋ, ਜਿਹੜੇ ਉੱਥੇ ਵੱਡੀਆਂ ਘਟਨਾਵਾਂ ਕੈਨੇਡਾ ਅਮਰੀਕਾ ਦੇ ਵਿੱਚ ਵਾਪਰੀਆਂ ਨੇ, ਉਹਨਾਂ ਦੇ ਵਿੱਚ ਕੌਣ ਨੇ ਉਹ ਸਾਡੇ ਇੱਥੋਂ ਦਾ ਜਿਹੜਾ ਨੌਜਵਾਨ ਗਿਆ 1990 ਤੋਂ ਬਾਅਦ ਦਾ, ਉਹ ਜਿਹੜਾ ਨੌਜਵਾਨ ਹੈ ਉੱਥੇ ਜਾ ਕੇ ਗੈਂਗਸਟਰ ਬਣ। ਮਤਲਬ ਸਾਰਿਆਂ ਨੂੰ ਨਹੀਂ ਬਣ ਸਕਦੇ ਜੀ? ਨਹੀਂ, ਮੈਂ ਸਾਰਿਆਂ ਨੂੰ ਕਹਿ ਰਿਹਾ, ਮੈਂ ਕੁਝ ਕਹਾਂ। ਹਾਂ, ਕੁਝ। ਹਮੇਸ਼ਾ ਸਾਰੇ ਤਾਂ ਕਦੇ ਵੀ ਨਹੀਂ ਹੁੰਦੇ ਜੀ। ਜੇ ਮੈਂ ਕਹਾਂ ਕਿ ਸਾਰੇ ਪਹਿਲਾਂ ਕ੍ਰਾਂਤੀਕਾਰੀ ਬਣਦੇ ਸੀਗੇ, ਉਹ ਵੀ ਨਹੀਂ ਸੀਗਾ। ਜਾਂ ਸਾਰੇ ਪਹਿਲਾਂ ਪੈਸੇ ਹੀ ਭੇਜਦੇ ਸੀਗੇ, ਉਹ ਵੀ ਨਹੀਂ ਸੀਗਾ। ਸਾਰੇ ਤਾਂ ਕਦੇ ਵੀ ਨਹੀਂ ਹੁੰਦੇ। ਮੈਂ ਇੱਕ ਟ੍ਰੈਂਡ ਦੀ ਗੱਲ ਕਰ ਰਿਹਾ ਕਿ ਜੋ ਚੱਲ ਰਿਹਾ ਹੈ ਕਿ ਇਸ ਵੇਲੇ ਸਾਡੇ ਜਿਹੜੇ ਉੱਥੇ ਬੇਰੁਜ਼ਗਾਰੀ ਦਾ ਆਪਾਂ ਆਲਮ ਜੋ ਹੈਗਾ, ਤੁਸੀਂ ਦੇਖਿਆ ਹੋਵੇਗਾ ਕਿ ਪਿਛਲੇ ਦਿਨਾਂ ਦੇ ਵਿੱਚ ਵੀਡੀਓਜ਼ ਜੋ ਵਾਇਰਲ ਹੁੰਦੀਆਂ ਨੇ, ਜਾਂ ਡੌਂਕੀ ਬਣਾ ਕੇ ਜਿਵੇਂ ਸਾਡੇ ਨੌਜਵਾਨਾਂ ਨੂੰ ਉੱਥੇ ਲਿਜਾਇਆ ਜਾਂਦਾ ਹੈ ਔਰ ਉਹਨਾਂ ਤੋਂ ਬਾਅਦ ਬਹੁਤ ਸਾਰੇ ਵਿਚਾਰੇ ਜਿਹੜੇ ਨੇ ਉਹ ਰਸਤੇ 'ਚ ਹੀ ਮਾਰੇ ਜਾਂਦੇ ਆ। ਪਹਿਲਾਂ ਜਾਂ ਸਮੁੰਦਰ ਦੀਆਂ ਜਿਹੜੀਆਂ ਜਦੋਂ ਜਾਂਦੇ ਸੀ ਕਿਸ਼ਤੀਆਂ ਦੀਆਂ ਵਿਚਾਰੀਆਂ ਡੁੱਬ ਜਾਂਦੀਆਂ ਸੀਗੀਆਂ। ਇਸੇ ਤਰ੍ਹਾਂ ਬਹੁਤ ਸਾਰੀਆਂ ਦਿੱਕਤਾਂ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਸੁਣੀਆਂ ਹੋਣਗੀਆਂ ਕਿ ਨੌਜਵਾਨ ਗਲਤ ਜਿਹੜੇ ਏਜੰਟਾਂ ਦੇ ਹੱਥੇ ਚੜ੍ਹ ਕੇ ਜਿਹੜੇ ਨੇ ਉਹ ਪ੍ਰਵਾਸ ਕਰ ਰਹੇ ਨੇ। ਔਰ ਮੇਰਾ ਕਹਿਣ ਦਾ ਮਤਲਬ ਹੈ ਕਿ ਇੱਕ ਪਾਸੇ ਸਾਡੇ ਕੋਲ ਸ਼ਹੀਦ ਕਰਤਾਰ ਸਿੰਘ ਸਰਾਭਾ ਵਰਗੇ ਸੀਗੇ, ਇੱਕ ਪਾਸੇ ਅੱਜ ਦਾ ਜਿਹੜਾ ਨੌਜਵਾਨ ਹੈ, ਇਹ ਇੰਨਾ ਫਰਕ ਜਿਹੜਾ ਹੈਗਾ ਪੈ ਚੁੱਕਿਆ ਜੀ। ਬਿਲਕੁਲ। ਹੁਣ ਤੁਸੀਂ ਸਵਾਲ ਕਰੋ। ਮੈਂ ਉਹੀ ਗੱਲ ਕਰ ਰਿਹਾ, ਮਤਲਬ ਨਹੀਂ ਸਵਾਲ ਨਹੀਂ, ਮਤਲਬ ਤੁਹਾਡੀ ਗੱਲ 'ਚ ਮੈਨੂੰ ਗੱਲ ਯਾਦ ਆ ਗਈ ਵੀ ਉਹ ਕਰਤਾਰ ਸਰਾਭੇ ਹੋਣਾ ਦਾ ਇੱਕ ਉਦੇਸ਼ ਹੈ ਵੀ ਮੈਂ ਜੇ ਐਜੂਕੇਸ਼ਨ ਲੈਣ ਜਾ ਰਿਹਾ ਤੇ ਐਜੂਕੇਸ਼ਨ ਨਾ, ਜੇ ਉੱਥੇ ਗਦਰ ਦੇ ਵਿੱਚ ਕੰਮ ਕਰਦੇ ਨੇ, ਜੇ ਪੱਤਰਕਾਰਤਾ ਦੀ ਆਪਾਂ ਗੱਲ ਕਰਦੇ ਹਾਂ, ਕਰਤਾਰ ਸਰਾਭਾ ਹੁਣ ਪਹਿਲੇ ਸੰਪਾਦਕੀ ਲਿਖਦੇ ਨੇ, ਸਾਡਾ ਨਾਮ ਸਾਡਾ ਕੰਮ, ਪਹਿਲੀ ਸੰਪਾਦਕੀ ਪੱਤਰਕਾਰ ਦੇ ਤੌਰ ਤੇ ਵੀ ਉਹ ਪਹਿਲੇ ਆਉਂਦੇ ਨੇ। ਪਰ ਅੱਜ ਜੇ ਆਪਾਂ ਦੇਖਦੇ ਹਾਂ ਵੀ ਗਾਣਿਆਂ 'ਚ ਇਹ ਵੱਜਦਾ ਕਿ 16ਵਾਂ ਵੀ ਟੱਪਿਆ, 17ਵਾਂ ਵੀ ਟੱਪਿਆ, 18ਵਾਂ 'ਚ ਮੁੰਡਾ ਬਦਨਾਮ ਹੋ ਗਿਆ। ਹੁਣ ਉਹ ਵੀ 18 ਸਾਲ ਦਾ, ਇੱਧਰ ਬਦਨਾਮ ਆਣਾ ਹੋਣਾ। ਇਹ ਮੈਂ ਇਹੀ ਕਹਿਣਾ ਕਿ ਜਿਹੜਾ ਲਗਭਗ 100 ਸਾਲ ਦੇ ਦੌਰਾਨ ਫਰਕ ਪਿਆ ਜਿਹੜਾ ਸਾਡੀ ਨੌਜਵਾਨੀ ਦੇ ਵਿੱਚ, ਸਾਡੇ ਸੱਭਿਆਚਾਰ ਦੇ ਵਿੱਚ, ਸਾਡੀ ਆਰਥਿਕਤਾ ਦੇ ਵਿੱਚ, ਜਾਂ ਸਾਡੇ ਓਵਰਆਲ ਸਿਸਟਮ ਦੇ ਵਿੱਚ, ਇਹ ਇੱਕ ਬਹੁਤ ਖਤਰਨਾਕ ਟ੍ਰੈਂਡ ਜਿਹੜਾ ਹੈਗਾ ਇਹ ਚੱਲ ਰਿਹਾ। ਔਰ ਪੰਜਾਬ ਦੇ ਵਿੱਚੋਂ ਇਸ ਵੇਲੇ ਲਗਭਗ ਜੇ ਆਪਾਂ ਗੱਲ ਕਰੀਏ ਤਾਂ 1.5 ਲੱਖ ਨੌਜਵਾਨ ਸਾਡਾ, ਕੁੜੀਆਂ ਤੇ ਮੁੰਡੇ ਜਿਹੜੇ ਨੇ ਉਹ ਲਗਾਤਾਰ ਜਾ ਰਹੇ ਨੇ। ਔਰ ਇੱਥੇ ਸਾਨੂੰ ਗਦਰੀਆਂ ਤੋਂ ਸਿੱਖਣ ਦੀ ਲੋੜ ਹੈ ਔਰ ਸ਼ਹੀਦ ਕਰਤਾਰ ਸਿੰਘ ਸਰਾਭਾ ਤੋਂ ਸਿੱਖਣ ਦੀ ਲੋੜ ਹੈ ਕਿ ਉਹ ਇਸ ਲਈ ਨਹੀਂ ਸੀ ਗਏ ਕਿ ਅਸੀਂ ਉੱਥੇ ਜਾ ਕੇ ਜਿਹੜਾ ਹੈਗਾ ਇੱਦਾਂ ਜ਼ਿੰਦਗੀਆਂ ਬਿਤਾ ਲਾਂਗੇ। ਉਹ ਸਾਡੇ ਆਪਣੇ ਸਮਾਜ ਨੂੰ, ਆਪਣੇ ਮੁਲਕ ਨੂੰ ਵਧੀਆ ਬਣਾਉਣਾ ਚਾਹੁੰਦੇ ਸੀਗੇ, ਉਹਨਾਂ ਵਰਗਾ ਬਣਾਉਣਾ ਚਾਹੁੰਦੇ ਸੀਗੇ, ਉਸ ਤੋਂ ਵੀ ਵਧੀਆ ਬਣਾਉਣਾ ਚਾਹੁੰਦੇ ਸੀ। ਇੱਕ ਬਰਾਬਰੀ ਦਾ ਸਮਾਜ, ਇੱਕ ਚੰਗਾ ਸਮਾਜ ਜਿੱਥੇ ਧਰਮਾਂ ਦੇ ਨਾਂ ਦੇ ਉੱਤੇ ਕੋਈ ਵੰਡ ਨਾ ਹੋਵੇ, ਜਿੱਥੇ ਜਾਤ ਪਾਤ ਦੇ ਨਾਂ ਦੇ ਉੱਤੇ ਕੋਈ ਵੰਡ ਨਾ ਹੋਵੇ, ਜਿੱਥੇ ਨਸਲ ਦੇ ਨਾਂ ਦੇ ਉੱਤੇ ਕੋਈ ਵੰਡ ਨਾ ਹੋਵੇ। ਯਾਨੀ ਕਿ ਇੱਕ ਉਸ ਐਸਾ ਸਮਾਜ ਜਿਹੜਾ ਕਿ ਯੂਰਪ ਨਾਲੋਂ ਵੀ ਵਧੀਆ ਹੋਵੇ। ਉਹ ਸੁਪਨਾ ਜਿਹੜਾ ਸੀਗਾ ਲਿਆ ਸੀਗਾ ਗਦਰੀ ਬਾਬਿਆਂ ਨੇ, ਔਰ ਗਦਰੀ ਬਾਬਿਆਂ ਦੇ ਵਿੱਚੋਂ ਮੋਹਰੀ ਸੀਗੇ। ਔਰ ਸਭ ਤੋਂ ਜੇ ਮੈਂ ਕਹਾਂ ਕਿ ਜਿਵੇਂ ਤੁਸੀਂ ਪੱਤਰਕਾਰੀ ਦੀ ਗੱਲ ਕੀਤੀ ਹੈ ਜਾਂ ਛੋਟੀ ਉਮਰ ਦੇ ਵਿੱਚ ਵੱਡੇ ਕੰਮਾਂ ਦੀ ਗੱਲ ਕੀਤੀ ਹੈ, ਤਾਂ ਉਹਦੇ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਨਾਮ ਇੱਕ ਉੱਭਰਵਾਂ ਨਾਮ ਜਿਹੜਾ ਹੈ ਲੈ ਸਕਦੇ ਹਾਂ। ਅਗਲੇ ਸਵਾਲ ਵੱਲ ਆਉਣੇ ਆ। ਮਤਲਬ ਬਾਬਾ ਸੋਹਣ ਸਿੰਘ ਭਕਨਾ ਹੋਣਾ ਦੀ ਗੱਲ ਹੋਈ ਹੈ, ਤਾਂ ਇਹ ਸੁਣਨ ਨੂੰ ਮਿਲਦਾ ਜਾਂ ਪੜ੍ਹਨ ਨੂੰ ਮਿਲਦਾ ਹੈ
ਬਾਬਾ ਸੋਹਣ ਸਿੰਘ ਭਕਨਾ ਦੇ ਉਹ ਬਹੁਤ ਪਿਆਰੇ ਸੀ। ਇਸ ਕਰਕੇ ਪਿਆਰੇ ਸੀ ਕਿ ਉਹ ਛੋਟੀ ਉਮਰ ਦੇ ਨੇ, ਜਾਂ ਕੋਈ ਹੋਰ ਮਤਲਬ ਇਹ ਹੁੰਦਾ ਵੀ ਯਾਰ ਕੰਮ ਜ਼ਿਆਦਾ ਕਰਦੇ ਨੇ, ਸੋਚ ਵੱਡੀ ਹੈ, ਇਸ ਕਰਕੇ? ਉਹਦੇ ਬਹੁਤ ਸਾਰੇ ਕਾਰਨ ਸੀਗੇ। ਬਾਬਾ ਭਕਨਾ ਕਿਉਂਕਿ ਪਹਿਲੇ ਪ੍ਰਧਾਨ ਸੀਗੇ ਗਦਰ ਪਾਰਟੀ ਦੇ, ਔਰ ਪਾਰਟੀ ਨੂੰ ਕਿਵੇਂ ਚਲਾਉਣਾ ਹੈ, ਕਿਵੇਂ ਅੱਗੇ ਲੈ ਕੇ ਜਾਣਾ ਹੈ, ਉਹਨਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਸੀਗੀ ਉਸ ਵੇਲੇ। ਸੋ ਇੱਕ ਤਾਂ ਵੱਡਾ ਕਾਰਨ ਸੀਗਾ ਕਿ ਜਦੋਂ ਸਰਾਭਾ ਜੀ ਬਾਰੇ ਗੱਲ ਕਰਦੇ ਨੇ ਜੀ ਕਿ ਛੋਟੀ ਉਮਰ ਤਾਂ ਹੈਗੀ ਹੈ ਕਿ ਛੋਟੀ ਉਮਰ ਦੇ ਵਿੱਚ ਚਾਹੇ ਉਹ ਸਾਈਕਲੋ ਸਟਾਈਲ ਦੇ ਰਾਹੀਂ ਗਦਰ ਅਖਬਾਰ ਕੱਢਣਾ ਹੋਵੇ, ਉਹਦੇ ਵਿੱਚ ਮੋਹਰੀ ਰੋਲ ਅਦਾ ਕਰਦੇ ਆ, ਚਾਹੇ ਇੱਥੋਂ ਤੱਕ ਜਥੇਬੰਦਕ ਢਾਂਚੇ ਨੂੰ ਡਿਵੈਲਪ ਕਰਨਾ ਹੋਵੇ। ਮੈਂ ਇਹ ਵੀ ਸੁਣਿਆ ਵੀ ਕਹਿੰਦੇ ਉਹ ਕਿਸੇ ਚੀਜ਼ ਨੂੰ ਨਾ ਨਹੀਂ ਕਰਦੇ ਸੀ, ਬਿਲਕੁਲ ਕੋਈ ਵੀ ਕੰਮ ਆ ਮੈਂ ਕਰੂੰਗਾ। ਹਾਂ, ਜੋ ਉਹਨਾਂ ਨੇ ਪਾਰਟੀ ਨੇ ਡਿਊਟੀ ਲਾਤੀ, ਜੋ ਪ੍ਰਧਾਨ ਸਾਹਿਬ ਨੇ ਕਹਿਤਾ ਕਿ ਭਾਈ ਆਹ ਕੰਮ ਤੁਸੀਂ ਕਰਨਾ, ਚਾਹੇ ਜਥੇਬੰਦੀ ਦੀ ਗੱਲ ਹੋਵੇ, ਚਾਹੇ ਉਹ ਅਖਬਾਰ ਦੀ ਗੱਲ ਹੋਵੇ, ਅਖਬਾਰ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਗੱਲ ਹੋਵੇ, ਇੱਥੋਂ ਤੱਕ ਕਿ ਕਾਮਾਗਾਟਾ ਮਾਰੂ ਜਦੋਂ ਇਹ ਘਟਨਾ ਵਾਪਰਦੀ ਹੈ ਤਾਂ ਉਹਦੇ ਵਿੱਚ ਹਥਿਆਰ ਕਿਵੇਂ ਲੈ ਕੇ ਜਾਣੇ ਆ, ਉਹਦੇ ਵਿੱਚ ਜਿਹੜਾ ਪੈਂਫਲੇਟ ਨੇ ਜਾਂ ਅਖਬਾਰ ਹੈ ਉਹਨੂੰ ਕਿਵੇਂ ਲੋਕਾਂ ਤੱਕ ਪਹੁੰਚਾਉਣਾ ਹੈ, ਉਹ ਸਾਰੀਆਂ ਜ਼ਿੰਮੇਵਾਰੀਆਂ ਬਹੁਤ ਤਨਦੇਹੀ ਦੇ ਨਾਲ ਸਰਾਭਾ ਜੀ ਨਿਭਾਉਂਦੇ ਨੇ ਔਰ ਉਹਦੇ ਵਿੱਚ ਕਾਮਯਾਬ ਹੁੰਦੇ ਨੇ। ਜਦੋਂ ਹਿੰਦੁਸਤਾਨ ਵੀ ਵਾਪਸ ਆਉਣਾ ਹੈ ਬਾਹਰੋਂ, ਤਾਂ ਉਹਦੇ ਵਿੱਚ ਵੀ ਜਿਹੜਾ ਹੈਗਾ ਬਹੁਤ ਸਾਰੇ, ਹਾਲਾਂਕਿ ਗਦਰੀ ਬਾਬੇ ਜਿਹੜੇ ਨੇ ਉਹ ਫੜੇ ਵੀ ਜਾਂਦੇ ਨੇ, ਪਰ ਖੁਸ਼ਕਿਸਮਤੀ ਦੇ ਨਾਲ ਕਹਿ ਸਕਦੇ ਹਾਂ ਕਿ ਬਹੁਤ ਲੇਟ ਜਿਹੜੇ ਸਰਾਭਾ ਜੀ ਉਹ ਗ੍ਰਿਫਤਾਰ ਹੁੰਦੇ ਨੇ। ਸੋ ਉਹ ਵੀ ਜਿਹੜਾ ਹੈਗਾ ਇੱਥੇ ਜਦੋਂ ਹਿੰਦੁਸਤਾਨ ਦਾ ਦੌਰ ਹੈ, ਉਹਨਾਂ ਦਾ ਸਮਾਂ ਹੈ, ਉਹਦੇ ਵਿੱਚ ਵੀ ਉਹਨਾਂ ਦਾ ਜਿਹੜਾ ਰੋਲ ਹੈ ਉਹ ਬਹੁਤ ਇੰਪੋਰਟੈਂਟ ਹੈ। ਇਸੇ ਕਰਕੇ ਬਾਬਾ ਭਕਨਾ ਜੀ ਜਿਹੜੇ ਨੇ ਉਹਨਾਂ ਨੂੰ ਬਹੁਤ ਪਿਆਰ ਕਰਦੇ ਆ ਔਰ ਉਹਨਾਂ ਨੂੰ ਇੱਕ ਚੰਗੇ ਲੀਡਰ ਦੀਆਂ ਸੰਭਾਵਨਾਵਾਂ ਉਹਨਾਂ ਦੇ ਵਿੱਚ ਦੇਖਦੇ ਆ। ਜੀ, ਕਾਮਾਗਾਟੂ ਮਾਰੂ ਜਹਾਜ਼ ਦੀ ਤੁਸੀਂ ਗੱਲ ਕਰੀ ਹੈ, ਇਸ ਦੇ ਵਿੱਚ ਕਰਤਾਰ ਸਰਾਭੇ ਹੋਣਾ ਦਾ ਕੀ ਯੋਗਦਾਨ ਰਹਿੰਦਾ ਹੈ ਇਸ ਸਾਰੇ ਪਲੈਨਿੰਗ ਦੇ ਵਿੱਚ? ਦੇਖੋ, ਜਿਹੜੀ ਕਾਮਾਗਾਟਾ ਮਾਰੂ ਜਹਾਜ਼ ਦੀ ਘਟਨਾ ਇੱਕ ਬਹੁਤ ਦੁਖਦਾਇਕ, ਖਾਸ ਤੌਰ ਤੇ ਸਾਡੇ ਹਿੰਦੁਸਤਾਨੀਆਂ ਦੇ ਲਈ ਬਹੁਤ ਦੁਖਦਾਇਕ ਘਟਨਾ ਸੀਗੀ ਕਹਿ ਸਕਦੇ ਹਾਂ। ਸੋ ਉਹਦਾ ਵੱਡਾ ਕਾਰਨ ਇਹ ਸੀਗਾ ਕਿ ਜਿਹੜੇ ਹਿੰਦੁਸਤਾਨੀ, ਜਿਵੇਂ ਆਪਾਂ ਪਿਛਲੇ ਗੱਲ ਕਰ ਰਹੇ ਹਾਂ ਕਿ ਉਹ ਜਾਣਾ ਚਾਹੁੰਦੇ ਸੀਗੇ ਕੈਨੇਡਾ ਦੇ ਵਿੱਚ ਉੱਥੇ ਆਪਣੀ ਰੋਜ਼ੀ ਰੋਟੀ ਲਈ, ਪਰ ਕੈਨੇਡੀਅਨ ਜਿਹੜੀ ਸਰਕਾਰ ਹੈ, ਕਿਉਂਕਿ ਉਸ ਵੇਲੇ ਤਾਂ ਅੰਗਰੇਜ਼ ਸਰਕਾਰ ਹੀ ਸੀਗੀ, ਕੈਨੇਡਾ ਦੇ ਉੱਤੇ ਵੀ ਅੰਗਰੇਜ਼ ਸਰਕਾਰ ਦਾ ਜਿਹੜਾ ਸੀਗਾ ਰਾਜ ਚੱਲ ਰਿਹਾ ਸੀਗਾ। ਸੋ ਉਹਨਾਂ ਨੂੰ ਲੱਗਿਆ ਕਿ ਇਹ ਗਲਤ ਤਰੀਕੇ ਨਾਲ ਇੱਥੇ ਆ ਰਹੇ ਨੇ ਔਰ ਉਹਨਾਂ ਨੇ ਕੈਨੇਡਾ ਤੋਂ ਵਾਪਸ ਭੇਜਿਆ। ਔਰ ਜਦੋਂ ਕਲਕੱਤੇ ਆ ਕੇ ਉਹ ਇੱਕ ਘਾਟ ਦੇ ਉੱਤੇ ਜਹਾਜ਼ ਰੁਕਦਾ ਹੈ ਕਾਮਾਗਾਟਾ ਮਾਰੂ, ਤਾਂ ਜਾਣ ਬੁੱਝ ਕੇ ਜਿਹੜਾ ਹੈਗਾ ਅੰਗਰੇਜ਼ ਸਰਕਾਰ ਉਹਨਾਂ ਮੁਸਾਫਰਾਂ ਦੇ ਉੱਤੇ ਗੋਲੀ ਚਲਾਉਂਦੀ ਹੈ ਔਰ ਬਹੁਤ ਸਾਰੇ ਸਾਡੇ ਜਿਹੜੇ ਗਦਰੀ ਬਾਬੇ ਨੇ ਜਾਂ ਹੋਰ ਜਿਹੜੇ ਮੁਸਾਫਰ ਨੇ ਜਿਨ੍ਹਾਂ ਦਾ ਕੋਈ ਕਸੂਰ ਹੀ ਨਹੀਂ ਹੈ, ਉਹ ਵਿਚਾਰੇ ਉਹਦੇ ਉੱਥੇ ਸ਼ਹੀਦ ਹੋ ਜਾਂਦੇ ਨੇ। ਸੋ ਇਹਨਾਂ ਸਾਰੀਆਂ ਘਟਨਾਵਾਂ ਦੇ ਉੱਤੇ ਸਰਾਭਾ ਜੀ ਬਹੁਤ ਗਹਿਰੀ ਨਜ਼ਰ ਰੱਖਦੇ ਆ ਔਰ ਉੱਥੇ ਜਿਹੜਾ ਉਸ ਜਹਾਜ਼ ਦੇ ਵਿੱਚ ਕਿਵੇਂ, ਜਿਵੇਂ ਮੈਂ ਪਹਿਲਾਂ ਕਿਹਾ ਕਿ ਹਥਿਆਰ ਕਿਵੇਂ ਲੈ ਕੇ ਜਾਣੇ ਨੇ ਤਾਂ ਕਿ ਅਸੀਂ ਹਥਿਆਰਬੰਦ ਲੜਾਈ ਜਿਹੜਾ ਹੈਗਾ ਉਹ ਲੜ ਸਕੀਏ, ਔਰ ਆਪਣੇ ਜਿਹੜੇ ਪੈਂਫਲੇਟ ਨੇ ਜਾਂ ਗਦਰੀ ਅਖਬਾਰ ਨੇ ਉਹਨਾਂ ਨੂੰ ਲੋਕਾਂ ਤੱਕ ਕਿਵੇਂ ਪਹੁੰਚਦਾ ਕਰਨਾ ਹੈ, ਉਹ ਸਾਰੀਆਂ ਚੀਜ਼ਾਂ ਦਾ ਅਰੇਂਜਮੈਂਟ, ਇੱਥੋਂ ਤੱਕ ਕਿ ਖਾਣ ਪੀਣ ਦਾ ਵੀ, ਕਿ ਮੁਸਾਫਰਾਂ ਨੂੰ ਖਾਣ ਪੀਣ ਦੇ ਕਿਤੇ ਖਾਣ ਪੀਣ ਕਰਕੇ ਨਾ ਵਿਚਾਰੇ ਜਿਹੜੇ ਹੈਗੇ ਉਹ ਮਾਰੇ ਜਾਣ, ਜਾਂ ਉਹ ਸਾਰੇ ਚੀਜ਼ਾਂ ਜਿਹੜਾ ਪ੍ਰਬੰਧ ਹੈ ਉਹ ਗਦਰ ਪਾਰਟੀ ਜਿਹੜੀ ਹੈਗੀ ਉਹਨਾਂ ਦੀ ਡਿਊਟੀ ਲਾਉਂਦੀ ਹੈ ਔਰ ਬਹੁਤ ਤਨਦੇਹੀ ਦੇ ਨਾਲ, ਬਹੁਤ ਸਿਰੜ ਦੇ ਨਾਲ ਔਰ ਬਹੁਤ ਇੱਕ ਹੌਸਲੇ ਦੇ ਨਾਲ ਜਿਹੜਾ ਹੈਗਾ ਸ਼ਹੀਦ ਕਰਤਾਰ ਸਿੰਘ ਸਰਾਭਾ ਇਸ ਜ਼ਿੰਮੇਵਾਰੀ ਨੂੰ ਨਿਭਾਉਂਦੇ ਆ। ਜੀ, ਸੰਪਾਦਕੀ ਦੀ ਆਪਾਂ ਜਿਵੇਂ ਗਦਰ ਅਖਬਾਰ ਦੀ ਸੰਪਾਦਕੀ ਦੀ ਗੱਲ ਕਰਦੇ ਹਾਂ, ਪਹਿਲੀ ਸੰਪਾਦਕੀ ਉਹ ਲਿਖਦੇ ਨੇ ਸਾਡਾ ਨਾਮ ਸਾਡਾ ਕੰਮ, ਇਹ ਤੁਸੀਂ ਪੜ੍ਹੀ ਹੋਣੀ ਹੈ, ਕੀ ਸੀ ਉਹਦੇ 'ਚ? ਉਹਦੇ ਵਿੱਚ ਇਹੀ ਹੈ ਕਿ ਦੇਖੋ, ਜਿਹੜਾ ਜਦੋਂ ਪਹਿਲੀ ਵਾਰੀ ਅਖਬਾਰ ਕੱਢਿਆ ਜਾਂਦਾ ਹੈ ਗਦਰ ਅਖਬਾਰ, ਤਾਂ ਉਹਦੇ ਉੱਤੇ ਇੱਕ ਸੰਦੇਸ਼ ਜਿਹੜਾ ਹੈਗਾ ਗੁਰਬਾਣੀ 'ਚੋਂ ਲਿਖਿਆ ਜਾਂਦਾ ਹੈ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੁਰਿਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਰ ਨਾ ਕੀਜੈ। ਇੱਥੋਂ ਇਹ ਲੱਗਦਾ ਹੈ ਕਿ ਗਦਰੀ ਬਾਬੇ ਸੋਚ ਚੁੱਕੇ ਸੀਗੇ, ਸਰਾਭਾ ਜੀ ਇਹ ਸੋਚ ਚੁੱਕੇ ਸੀਗੇ ਕਿ ਜੇਕਰ ਅਸੀਂ ਅੰਗਰੇਜ਼ ਸਾਮਰਾਜ ਨਾਲ ਜਿਹਦੀ ਸਾਰੀ ਦੁਨੀਆ ਤੇ ਉਹਦੇ ਉਸ ਵੇਲੇ ਸੱਤਾ ਸੀਗੀ, ਜੇਕਰ ਐਡੀ ਵੱਡੀ ਸ਼ਕਤੀ ਨਾਲ ਲੜਨਾ ਤਾਂ ਸਾਨੂੰ ਸਿਰ ਤਲੀ ਤੇ ਤਰਨਾ ਪਏਗਾ। ਔਰ ਇਸ ਨੂੰ ਲੈ ਕੇ, ਇਸੇ ਕਰਕੇ ਉਹ ਆਪਣੇ ਜਿਹੜੇ ਸਾਥੀਆਂ ਦੇ ਵਿੱਚ, ਬਾਕੀ ਲੋਕਾਂ ਦੇ ਵਿੱਚ ਇੱਕ ਜਿਹੜਾ ਹੈਗਾ
ਤਾਕਤ ਉਹਨਾਂ ਨੂੰ ਦੇਣ ਦੇ ਲਈ ਇਸ ਤਰ੍ਹਾਂ ਦੀ, ਚਾਹੇ ਉਹ ਕਵਿਤਾ ਹੋਵੇ, ਚਾਹੇ ਉਹ ਆਪਣੇ ਉਹਨਾਂ ਦੇ ਭਾਸ਼ਣ ਹੋਣ, ਚਾਹੇ ਬਾਕੀ ਤਕਰੀਰਾਂ ਹੋਣ, ਉਹਦੇ ਵਿੱਚ ਇਹੀ ਗੱਲ ਕਹਿੰਦੇ ਨੇ ਕਿ ਸਾਡਾ ਕੰਮ ਕੀ ਹੈ, ਗਦਰ ਕਰਨਾ। ਗਦਰ ਦਾ ਮਤਲਬ ਉਹਨਾਂ ਦਾ ਹੈ ਕਿ ਜਿਹੜੀ 1857 ਦੇ ਵਿੱਚ ਜਿਹੜੇ ਹਿੰਦੁਸਤਾਨ ਦੇ ਵਿੱਚ ਜਿਹਨੂੰ ਰਿਵੋਲਟ ਕਿਹਾ ਜਾਂਦਾ ਹੈ, ਪਹਿਲੀ ਰਿਵੋਲਟ ਕਿਹਾ ਜਾਂਦਾ ਹੈ ਸਾਮਰਾਜ ਦੇ, ਅੰਗਰੇਜ਼ ਸਾਮਰਾਜ ਦੇ ਖਿਲਾਫ, ਤਾਂ ਉਸ ਦੇ ਅਨੁਸਾਰ ਜਿਹੜਾ ਹੈਗਾ ਇੱਕ ਨਵਾਂ ਗਦਰ, ਨਵਾਂ ਇਨਕਲਾਬ, ਗਦਰ ਤੋਂ ਮਤਲਬ ਇਹ ਦੂਸਰਾ ਇਨਕਲਾਬ ਕਰਨ ਦਾ ਇੱਕ ਸੁਪਨਾ ਜਿਹੜਾ ਲਿਆ ਉਹਨਾਂ ਨੇ ਕਿ ਸਾਡਾ ਕੰਮ ਕੀ ਹੋਏਗਾ, ਇਹ ਵੀ ਸਾਡਾ ਗਦਰ ਕਰਨਾ, ਸਾਡਾ ਜੋ ਕੁਝ ਵੀ ਹੈ ਅਸੀਂ ਇਨਕਲਾਬ ਕਰਨਾ ਚਾਹੁੰਦੇ ਹਾਂ। ਇਸ ਕਰਕੇ ਸਾਰਾ ਫੋਕਸ ਉਹਨਾਂ ਦਾ ਚੇਂਜ ਕਰਨ ਤੋਂ ਸੀ, ਸੱਤਾ ਨੂੰ ਤਬਦੀਲ ਕਰਨ ਤੋਂ ਸੀਗਾ। ਔਰ ਮੈਂ ਇਹੀ ਕਹਿਣਾ ਚਾਹੁੰਦਾ ਕਿ ਹਾਲਾਂਕਿ ਉਸ ਵੇਲੇ ਬਹੁਤ ਸਾਰੀਆਂ ਪਾਰਟੀਆਂ ਸੱਤਾ ਨੂੰ ਤਬਦੀਲ ਕਰਨ ਦੇ ਵਿੱਚ ਲੱਗੀਆਂ ਹੋਈਆਂ ਸੀਗੀਆਂ, ਜਿਹਦੇ ਵਿੱਚ ਕਾਂਗਰਸ ਵੀ ਸੀ, ਜਿਹਦੇ ਵਿੱਚ ਹੋਰ ਹਾਲਾਂਕਿ ਮੁਸਲਿਮ ਲੀਗ ਵੀ ਉਸ ਵੇਲੇ ਬਣ ਚੁੱਕੀ ਸੀਗੀ, ਜਾਂ ਹੋਰ ਛੋਟੀਆਂ-ਮੋਟੀਆਂ ਪਾਰਟੀਆਂ ਕੰਮ ਕਰ ਰਹੀਆਂ ਸੀਗੀਆਂ, ਪਰ ਕਿਸੇ ਵੀ ਉਸ ਵੇਲੇ ਜਿਹੜੀ ਸਿਆਸੀ ਧਿਰਾਂ ਸੀਗੀਆਂ ਇਹ ਕਿਸੇ ਨੂੰ ਜਿਹੜਾ ਹੈਗਾ ਸੰਪੂਰਨ ਸਵਰਾਜ ਦਾ ਕੋਈ ਸੁਪਨਾ ਵੀ ਨਹੀਂ ਸੀ ਲੈ ਸਕਦੀ। ਉਸ ਵੇਲੇ ਪਹਿਲੀ ਵਾਰੀ ਹੋਇਆ ਕਿ ਗਦਰੀ ਬਾਬਿਆਂ ਨੇ ਝੰਡਾ ਵੀ ਤਿਆਰ ਕੀਤਾ ਆਪਣਾ ਕਿ ਸਾਡਾ ਝੰਡਾ ਇਦਾਂ ਦਾ ਹੋਏਗਾ, ਸਾਡਾ ਸੰਵਿਧਾਨ ਇਦਾਂ ਦਾ ਹੋਏਗਾ, ਸਾਡਾ ਜਿਹੜਾ ਹੈਗਾ ਸਾਰਾ ਜਿਹੜਾ ਇੱਕ ਬਕਾਇਦਾ ਤੌਰ ਤੇ ਲਿਖਤੀ ਰੂਪ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਆਈਆਂ ਕਿ ਹਰ ਚੀਜ਼ ਜਿਹੜੀ ਹੈਗੀ ਹੈ ਪ੍ਰੋਪਰ ਡਿਸਪਲਿਨ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਹੋਣਗੀਆਂ। ਸੋ ਇਸ ਅਖਬਾਰਾਂ ਦੇ ਰਾਹੀਂ ਮਤਲਬ ਇਹੀ ਸੀਗਾ ਕਿ ਪਹਿਲੀ ਵਾਰੀ ਜਿਹੜੀ ਵਾਰਤਕ ਵੀ ਉਹਨਾਂ ਨੇ ਲਿਖੀ, ਤੁਸੀਂ ਦੇਖੋਗੇ ਉਹਨਾਂ ਦੀ ਪੰਜਾਬੀ ਯੂਨੀਵਰਸਿਟੀ ਨੇ ਵਾਰਤਕ ਵੀ ਉਹਨਾਂ ਦੀ ਛਾਪੀ ਹੈ, ਔਰ ਪੰਜਾਬੀ ਯੂਨੀਵਰਸਿਟੀ ਨੇ ਉਹਨਾਂ ਦੀ ਕਵਿਤਾ ਵੀ ਛਾਪੀ ਹੈ, ਗਦਰੀ ਕਵਿਤਾ। ਸੋ ਬਹੁਤ ਸਾਰਾ ਕੰਮ ਜਦੋਂ ਤੁਸੀਂ ਪੜ੍ਹਦੇ ਹੋ ਤਾਂ ਉੱਥੋਂ ਇਹੀ ਲੱਗਦਾ ਕਿ ਬਹੁਤ ਕਲੈਰਿਟੀ ਸੀਗੀ, ਔਰ ਸਵਰਾਜ ਜਿਹੜਾ ਹੈਗਾ ਕਿ ਪੂਰਨ ਸਵਰਾਜ ਜਿਹੜਾ ਹੈਗਾ ਉਹ ਪਹਿਲੀ ਵਾਰੀ ਗਦਰੀ ਬਾਬਿਆਂ ਨੇ ਮੰਗਿਆ। ਔਰ ਕਲੀਅਰ ਇਹ ਵੀ ਸੀਗਾ ਉਹਨਾਂ ਨੂੰ ਕਿ ਜੇਕਰ ਪੂਰਨ ਸਵਰਾਜ ਆਊਗਾ ਤਾਂ ਉਹ ਹਥਿਆਰਬੰਦ ਜਿਹੜਾ ਹੈਗਾ ਤਰੀਕੇ ਨਾਲ ਆ ਸਕਦਾ। ਇੱਕ ਉਹਨਾਂ ਦੀ ਸੋਚ ਇਹ ਸੀ ਕਿਉਂਕਿ ਉਹ ਇਹ ਸੋਚਦੇ ਸੀ ਕਿ ਗਦਰੀ ਬਾਬੇ ਕਿ ਜੇਕਰ ਅੰਗਰੇਜ਼ ਸਾਮਰਾਜ ਨੇ ਲੜਾਈਆਂ ਦੇ ਰਾਹੀਂ ਸਾਨੂੰ ਜਿੱਤਿਆ, ਬਹੁਤ ਵੱਡੀਆਂ ਰਾਜੇ ਮਹਾਰਾਜਿਆਂ ਨਾਲ ਉਹਨਾਂ ਨੇ ਲੜਾਈਆਂ ਲੜੀਆਂ ਨੇ ਔਰ ਹਥਿਆਰਾਂ ਦੇ ਨਾਲ ਰਾਹੀਂ ਉਹ ਜਿੱਤੇ ਨੇ, ਤਾਂ ਹਥਿਆਰਬੰਦ ਇਨਕਲਾਬ ਰਾਹੀਂ ਹੀ ਅਸੀਂ ਅਸਲੀ ਜਿਹੜੀ ਸੱਤਾ ਹੈ ਉਹ ਪ੍ਰਾਪਤ ਕਰ ਸਕਦੇ ਹਾਂ। ਇਹ ਸੋਚ ਸ਼ਹੀਦ ਕਰਤਾਰ ਸਿੰਘ ਸਰਾਭਾ ਔਰ ਉਹਨਾਂ ਦੇ ਸਾਥੀਆਂ ਸੀ। ਮੈਂ ਇੱਕ ਸਵਾਲ ਜ਼ਰੂਰ ਪੁੱਛਣਾ ਚਾਹਾਂਗਾ ਕਿ ਜਦੋਂ ਕੋਈ ਇਸ ਤਰ੍ਹਾਂ ਦੀ ਮੂਵਮੈਂਟ ਚੱਲਦੀ ਹੈ ਜਿਹੜੀ ਸਮਾਜ ਨੂੰ ਸੋਹਣਾ ਬਣਾਉਣ ਦੀ ਹੁੰਦੀ, ਉਹ ਅੱਜ ਵੀ ਚੱਲਦੀ ਹੈ, ਤਾਂ ਕਈ ਵਾਰੀ ਹੁੰਦਾ ਕਿ ਕੁਝ ਗਦਾਰ ਤੁਹਾਡੇ ਵਿੱਚ ਹੀ ਬੈਠੇ ਹੁੰਦੇ ਨੇ। ਜੇ ਆਪਾਂ ਔਰੰਗਜ਼ੇਬ ਦੀ ਗੱਲ ਕਰਦੇ ਹਾਂ ਕਿ ਲੋਕ ਅੱਜ ਵੀ ਨਫ਼ਰਤ ਨਾਲ ਦੇਖਦੇ ਨੇ, ਤੇ ਇੱਕ ਪਾਸੇ ਜਦੋਂ ਕਵਿਤਾ ਪੜ੍ਹਦੇ ਆ, ਛੋਟੇ ਹੁੰਦੇ ਪੜ੍ਹਦੇ ਸੀ ਕਿ ਉਹ ਮੂਲਾ ਸਿੰਘ ਕਿਰਪਾਲ ਨਵਾਬ ਵਾਂਗੂ, ਹਨਾ, ਉਹ ਲਾਈਨ ਜਿਹੜੀ ਹੈ ਉਹ ਮਤਲਬ ਉਸ ਘਟਨਾ ਦੇ ਬਾਰੇ ਵੀ ਦੱਸ ਦਿਓ ਜਦੋਂ ਕਰਤਾਰ ਸਰਾਭੇ ਹੋਣਾ ਨੂੰ ਉਸ ਦੇਸ਼ ਤੋਂ ਨਿਕਲ ਕੇ ਅਫਗਾਨਿਸਤਾਨ ਜਾਂ ਹੋਰ ਦੇਸ਼ਾਂ ਵੱਲ ਪਰਤਣਾ ਪੈਂਦਾ ਹੈਗਾ। ਬਿਲਕੁਲ, ਦੇਖੋ ਕਿਉਂਕਿ ਪਹਿਲਾ ਇਨਕਲਾਬ ਸੀਗਾ ਇੱਕ ਆਪਣੀ ਤਰ੍ਹਾਂ ਦਾ ਜੀ, ਔਰ ਇਸ ਕਰਕੇ ਕਿਉਂਕਿ ਗਦਰੀ ਬਾਬੇ ਬਹੁਤ ਦਿਲੋਂ ਸਾਫ਼ ਸੁਥਰੇ ਸੀਗੇ, ਬਿਲਕੁਲ ਉਹਨਾਂ ਦੇ ਦਿਲ ਦੇ ਵਿੱਚ ਕੋਈ ਇਹ ਨਹੀਂ ਸੀਗਾ ਕਿ ਉਹ ਕੋਈ ਸਟ੍ਰੈਟਜੀ ਦੇ ਰਾਹੀਂ ਜਾਂ ਲੁਕ ਛਿਪ ਕੇ ਕੋਈ ਪਲੈਨਿੰਗਸ ਕਰਦੇ ਸੀਗੇ ਜੀ। ਉਹ ਕਿਉਂਕਿ ਆਪਾਂ ਕਹਿ ਸਕਦੇ ਹਾਂ ਕਿ ਸਿਆਸੀ ਤੌਰ ਤੇ ਪਹਿਲਾ ਤਜਰਬਾ ਸੀਗਾ। ਉਹ ਜਦੋਂ ਸਾਰਿਆਂ ਦੇ ਵਿੱਚ ਕੋਈ ਰਾਏ ਕਰਦੇ ਸੀਗੇ, ਮੰਨ ਲਓ ਉਹਨਾਂ ਨੇ ਇਹ ਸੋਚਿਆ ਕਿ ਅਸੀਂ ਇੰਨੀ ਤਰੀਕ ਨੂੰ ਗਦਰ ਕਰਨਾ ਹੈ, ਇੰਨੀ ਤਰੀਕ ਨੂੰ ਅਸੀਂ ਛਾਉਣੀਆਂ 'ਚ ਜਾਣਾ ਹੈ, ਇੰਨੀ ਤਰੀਕ ਨੂੰ ਅਸੀਂ ਹਿੰਦੁਸਤਾਨ ਜਾਂ ਪੰਜਾਬ 'ਚ ਜਾ ਕੇ ਜਿਹੜਾ ਹੈਗਾ ਗਦਰ ਬਚਾ ਦੇਵਾਂਗੇ ਜੀ। ਤਾਂ ਇਹਦੀ ਜਿਹੜੀ ਖਬਰ ਸੀਗੀ, ਇਹਦੀ ਖਬਰ ਜਿਹੜਾ ਸੀ ਸਾਡੇ ਆਪਣੇ ਉਸ ਵੇਲੇ ਦੇ ਜਿਹੜੇ ਵਿੱਚੋਂ ਹੀ ਸੀ ਹਾਂ, ਜਿਹੜੇ ਕਿ ਪੰਜਾਬੀ ਸੀਗੇ, ਉਹਨਾਂ ਨੇ ਜਦੋਂ ਅੰਗਰੇਜ਼ ਸਾਮਰਾਜ ਨੂੰ ਖਬਰਾਂ ਦਿੱਤੀਆਂ, ਮਤਲਬ ਝੋਲੀ ਚੁੱਕ ਕਹਿ ਸਕਦੇ ਹੋ ਸਮਝਦੇ ਨੇ, ਤਾਂ ਉਹ ਜਿਹੜਾ ਸੀਗਾ ਸਾਰਾ ਪਲੈਨਿੰਗ ਉਹਨਾਂ ਦੀ ਫੇਲ ਹੋ ਗਈ। ਇਸੇ ਕਰਕੇ ਉਹ ਕਾਮਯਾਬੀ ਨਹੀਂ ਪ੍ਰਾਪਤ ਹੋ ਸਕੀ ਜਿਹੜੀ ਕਿ ਉਹ ਇੱਛਾ ਰੱਖਦੇ ਸੀ, ਜਿਹੜਾ ਸੁਪਨਾ ਉਹਨਾਂ ਨੇ ਲਿਆ ਸੀਗਾ। ਉਹਦੇ ਕਈ ਕਾਰਨ ਹੋਰ ਵੀ ਕਾਰਨ ਬਣੇ, ਔਰ ਇੱਕ ਕਾਰਨ ਜਿਹੜੇ ਗਦਾਰੀ ਸੀਗੀ, ਜਿਹੜੇ ਗਦਾਰ ਸੀਗੇ ਜਿਨ੍ਹਾਂ ਦੇ ਤੁਸੀਂ ਨਾਮ ਲਏ ਨੇ, ਉਹ ਗਦਾਰਾਂ ਨੇ ਜਦੋਂ ਸਾਮਰਾਜ ਕੋਲ ਆਪਣੀਆਂ ਜਿਹੜੀਆਂ ਸ਼ਿਕਾਇਤਾਂ ਲਾਈਆਂ ਔਰ ਉਹਨਾਂ ਨੂੰ ਇਨਫੋਰਮੇਸ਼ਨ ਦਿੱਤੀ, ਤਾਂ ਉਹ ਲਗਭਗ ਫੇਲ ਹੋਣ ਦੀ ਕਗਾਰ ਦੇ ਉੱਤੇ ਆ ਗਿਆ ਗਦਰ। ਸੋ ਇਸ ਕਰਕੇ ਉਸ ਤੋਂ ਬਾਅਦ ਵੀ ਜਦੋਂ ਗ੍ਰਿਫਤਾਰੀ ਦੀ ਗੱਲ ਹੁੰਦੀ ਹੈ ਕਰਤਾਰ ਸਿੰਘ ਸਰਾਭਾ ਜੀ ਦੀ, ਉਸ ਵੇਲੇ ਵੀ ਇਹੀ ਕਿਹਾ ਗਿਆ ਕਿ ਜੋ ਉਹਨਾਂ ਦੇ ਸਿਰ ਦੇ ਉੱਤੇ ਇਨਾਮ ਰੱਖਿਆ ਗਿਆ ਸੀਗਾ, ਉਹ ਪੈਸੇ ਲੈਣ ਦੇ ਲਈ, ਉਹ ਇਨਾਮ ਲੈਣ ਦੇ ਲਈ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਗ੍ਰਿਫਤਾਰ ਕਰਵਾਇਆ ਗਿਆ। ਸੋ ਇਹ ਅਕਸਰ ਜਿਹੜਾ ਹੈਗਾ ਆਪਾਂ ਅੱਜ ਵੀ ਦੇਖ ਲਓ, ਔਰ ਜਦੋਂ ਮੂਵਮੈਂਟਸ ਚੱਲਦੀਆਂ ਨੇ, ਤੁਸੀਂ ਕਿਸਾਨੀ ਅੰਦੋਲਨ ਬਾਰੇ
ਦੇਖਿਆ ਹੋਵੇਗਾ ਕਿ ਉਹਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਨੇ ਗਦਾਰ ਜਿਹੜੇ ਸੀ ਉਹ, ਕਿਉਂਕਿ ਸਰਕਾਰਾਂ ਦੀ ਕੋਸ਼ਿਸ਼ ਹੁੰਦੀ ਆ ਹਮੇਸ਼ਾ ਕਿ ਇਹਨਾਂ ਦੇ ਵਿੱਚ ਫੁੱਟ ਪਾਈ ਜਾਏ, ਇਹਨਾਂ ਦੇ ਵਿੱਚੋਂ ਬੰਦੇ ਪੱਟੇ ਜਾਣ ਤਾਂ ਕਿ ਇਹਨਾਂ ਦੀ ਜਿਹੜੀ ਮੂਵਮੈਂਟ ਹੈ, ਸੰਘਰਸ਼ ਹੈ, ਉਹ ਫੇਲ ਹੋ ਜਾਏ। ਸੋ ਉਸ ਵੇਲੇ ਵੀ ਇਸ ਸੰਘਰਸ਼ ਨੂੰ ਫੇਲ ਕਰਨ ਦੇ ਲਈ ਸਰਕਾਰਾਂ ਨੇ ਉਸ ਵੇਲੇ ਦੀਆਂ ਨੇ ਬੰਦਿਆਂ ਨੂੰ ਜਿਹੜਾ ਹੈਗਾ ਡਿਵਾਈਡ ਐਂਡ ਰੂਲ ਕਰਨ ਦੀ ਕੋਸ਼ਿਸ਼ ਕੀਤੀ ਜੀ। ਉਸ ਸਮੇਂ ਤੋਂ ਅੱਜ ਦੇ ਸਮੇਂ 'ਚ ਆ ਜਾਈਏ ਥੋੜਾ ਜਿਹਾ, ਪੀਲੀਆਂ ਪੱਗਾਂ ਅੱਜ ਵੀ ਬੰਨ੍ਹਦੇ ਨੇ ਨੌਜਵਾਨ ਜੀ। ਭਗਤ ਸਿੰਘ ਆਪਣੇ ਪਰਸ ਦੇ ਵਿੱਚ ਜਾਂ ਆਪਣੇ ਨਾਲ ਕਰਤਾਰ ਸਰਾਭੇ ਹੋਣਾ ਦੀ ਤਸਵੀਰ ਰੱਖਦੇ ਸੀ। ਉਹ ਕਹਿੰਦੇ ਸੀ ਕਰਤਾਰ ਸਰਾਭਾ ਮੇਰਾ ਗੁਰੂ ਆ। ਅੱਜ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਭਗਤ ਸਿੰਘ ਮੇਰੇ ਗੁਰੂ ਨੇ। ਉਹਨਾਂ ਦੇ ਰੰਗ ਜਿਹੜੀ ਉਹ ਭਗਤ ਸਿੰਘ ਪੱਗ ਬੰਨ੍ਹਦੇ ਨੇ, ਉਹੀ ਰੰਗ ਭਗਵੰਤ ਮਾਨ ਬੰਨ੍ਹਦੇ ਨੇ। ਲੱਗਦਾ ਕਿ ਕੁਝ ਬਦਲੂਗਾ ਜਾਂ ਉਹ ਸੋਚ ਹੈ ਜਾਂ ਨਹੀਂ ਹੈ? ਦੇਖੋ, ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਸੋਚ ਹੈ, ਅਸਲੀ ਬਦਲਾਅ ਸੋਚ ਨੇ ਲਿਆਉਣਾ ਹੈ ਜੀ। ਜੇ ਮੈਂ ਕਹਾਂ ਕਿ ਦਿੱਖ ਨੇ ਲਿਆਉਣਾ ਹੈ, ਠੀਕ ਹੈ ਨਾ, ਤੁਸੀਂ ਚਾਹੇ ਪੱਗ ਬੰਨ੍ਹ ਲਓ ਜਾਂ ਨਾ ਬੰਨ੍ਹੋ, ਉਹ ਗੱਲ ਵੱਖਰੀ ਹੈ ਕਿ ਤੁਸੀਂ ਪੱਗ ਬੰਨ੍ਹ ਕੇ ਅਸੀਂ ਉਸ ਸੋਚ ਨੂੰ ਦੁਬਾਰਾ ਰਿਵਾਈਜ਼ ਕਰਨਾ ਜੀ। ਦੁਬਾਰਾ ਰਿਵਾਈਵ ਉਹਨਾਂ ਨੇ ਕੀਤਾ ਹੈ ਕਿ ਜਦੋਂ ਉਹ ਖਟਕੜ ਕਲਾਂ ਜਾਂਦੇ ਹੈ ਔਰ ਉਸ ਵੇਲੇ ਇਹ ਕਿਹਾ ਗਿਆ ਕਿ ਜਿਹੜੀਆਂ ਇੱਦਾਂ ਦੀਆਂ ਪੱਗਾਂ ਸੀਗੀਆਂ, ਇੱਦਾਂ ਦੇ ਰੰਗ ਦੀਆਂ, ਦੁਕਾਨਾਂ 'ਚੋਂ ਖਤਮ ਹੋ ਗਿਆ ਸੀ ਕੱਪੜਾ। ਉਸ ਦਿਨ ਦੀ ਮੈਂ ਗੱਲ ਕਰ ਰਿਹਾ। ਸੋ ਇਹ ਇੱਕ ਚੰਗੀ ਗੱਲ ਹੈ ਕਿ ਅਸੀਂ ਸ਼ਹੀਦ ਕਰਤਾਰ ਸਿੰਘ ਸਰਾਭਾ ਔਰ ਉਹਨਾਂ ਦੇ ਅੱਗੇ ਅਗਲੀ ਜਿਹੜੀ ਕੜੀ ਹੈ ਉਹਦੇ ਵਿੱਚ ਚਾਹੇ ਸ਼ਹੀਦ ਊਧਮ ਸਿੰਘ ਜੀ ਨੇ ਜਾਂ ਜਿਵੇਂ ਤੁਸੀਂ ਕਿਹਾ ਹੈ ਸ਼ਹੀਦ ਆਜ਼ਮ ਭਗਤ ਸਿੰਘ ਨੇ, ਉਹਨਾਂ ਦੀ ਸੋਚ ਨੂੰ ਜਦੋਂ ਅਸੀਂ ਲੋਕਾਂ ਤੱਕ ਲੈ ਕੇ ਜਾਣਾ ਤਾਂ ਇੱਕ ਪਪੂਲਰ ਇਹ ਸਾਰੀ ਚੀਜ਼ ਜ਼ਰੂਰੀ ਹੈ, ਪਰ ਅਸਲੀ ਗੱਲ ਜਿਹੜੀ ਉਹ ਇਹ ਹੁੰਦੀ ਹੈ ਕਿ ਕੀ ਅਸੀਂ ਉਹਨਾਂ ਦੀ ਵਿਚਾਰਧਾਰਾ ਨੂੰ ਲੋਕਾਂ ਦੇ ਉੱਤੇ ਅਪਣਾਉਣੇ ਆ ਔਰ ਲੋਕਾਂ ਦੇ ਉੱਤੇ ਲਾਗੂ ਕਰਨਾ ਚਾਹੁੰਦੇ ਆ। ਇਹ ਇੰਪੋਰਟੈਂਟ ਹੈ। ਸੋ ਉਹਨਾਂ ਦੀ ਵਿਚਾਰਧਾਰਾ ਕੀ ਹੈ ਕਿ ਜਿਹੜਾ ਹੈਗਾ ਇੱਕ ਸਮਾਜ ਜਿਹੜਾ ਹੈਗਾ, ਸਮਾਜ ਦੇ ਵਿੱਚੋਂ ਜਿਹੜੀ ਗੈਰ ਬਰਾਬਰੀ ਹੈ, ਖਾਸ ਤੌਰ ਤੇ ਜਿਹੜੀ ਜਾਤ ਦੇ ਆਧਾਰ ਦੇ ਉੱਤੇ, ਅਮੀਰੀ ਗਰੀਬੀ ਦੇ ਆਧਾਰ ਦੇ ਉੱਤੇ, ਧਰਮ ਦੇ ਆਧਾਰ ਦੇ ਉੱਤੇ, ਉਹ ਕਿਵੇਂ ਘਟਦੀ ਹੈ ਜਾਂ ਉਹਨੂੰ ਖਤਮ ਕਿਵੇਂ ਕੀਤਾ ਜਾਂਦਾ ਹੈ, ਔਰ ਇਹਦੇ ਉੱਤੇ ਲੜਨਾ ਜਿਹੜਾ ਹੈਗਾ ਅਸਲੀ ਮੈਨੂੰ ਲੱਗਦਾ ਹੁੰਦਾ ਕਿ ਉਹਨਾਂ ਨੂੰ ਯਾਦ ਕਰਨਾ, ਸ਼ਹੀਦ ਆਜ਼ਮ ਭਗਤ ਸਿੰਘ ਨੂੰ ਜਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ, ਉਹ ਅਸਲੀ ਉਹਨਾਂ ਨੂੰ ਸ਼ਰਧਾਂਜਲੀ ਇਹੀ ਹੋਣੀ ਚਾਹੀਦੀ ਹੈ, ਉਹਨਾਂ ਦੇ ਵਿਚਾਰ ਹੋਣ, ਕਿ ਉਹਨਾਂ ਦੀ ਵਿਚਾਰਾਂ ਦਾ ਸਮਾਜ ਹੋਵੇ। ਇਹ ਨਾ ਹੋਵੇ ਮਤਲਬ ਕੱਲੀਆਂ ਪੱਗਾਂ, ਪਹਿਰਾਵਾ ਭਗਤ ਸਿੰਘ ਨੇ ਪਹਿਰਾਵਾ ਇੰਪੋਰਟੈਂਟ ਹੈਗਾ, ਮੈਂ ਨਹੀਂ ਕਹਿੰਦਾ ਹੋਣਾ ਵੀ ਚਾਹੀਦਾ, ਕੋਈ ਗੱਲ ਨਹੀਂ। ਜੇ ਕਿਸੇ ਦੇ ਮਨ ਦੇ ਵਿੱਚ ਭਗਤ ਸਿੰਘ ਬਣਨ ਦੀ ਕੋਈ ਇੱਛਾ ਜਾਗਦੀ ਹੈ ਤਾਂ ਇਹ ਚੰਗੀ ਗੱਲ ਹੈ। ਨਹੀਂ, ਇਹ ਤਾਂ ਨਹੀਂ ਹੋਏਗਾ ਵੀ ਪੱਗ ਬੰਨ੍ਹ ਕੇ ਭਗਤ ਸਿੰਘ ਬਣੂਗਾ। ਭਗਤ ਸਿੰਘ ਦਾ ਵਿਚਾਰ ਮੈਂ ਇਹੀ ਕਹਿਣਾ ਕਿ ਮੈਂ ਇਹ ਵੀ ਨਹੀਂ ਕਹਿੰਦਾ ਕਿ ਪੱਗ ਨਹੀਂ ਬੰਨਣੀ ਚਾਹੀਦੀ, ਕਿ ਸਿਰਫ ਵਿਚਾਰ ਹੀ ਹੋਣ ਜੀ ਕਿ ਪੱਗ ਦਾ ਕੀ ਹੈ। ਮੈਂ ਕਹਿਣਾ ਕਿ ਜੇ ਕੋਈ ਵੀ ਬੰਦਾ ਤੁਹਾਡੇ ਮਨ 'ਚ ਕੋਈ ਕਿਸੇ ਚੰਗੇ ਵਿਚਾਰ ਆ ਕੇ ਜੇ ਤੁਸੀਂ ਉਹਦੇ ਵਰਗਾ ਬਣਨਾ ਚਾਹੁੰਦੇ ਹੋ, ਇਹ ਚੰਗੀ ਗੱਲ ਹੈ, ਉਹਦੇ ਵਰਗੀ ਦਿੱਖ ਬਣਾਉਣੀ ਚਾਹੁੰਦੇ ਹੋ। ਪਰ ਮੈਂ ਇਹ ਕਹਿਣਾ ਕਿ ਦਿੱਖ ਦੇ ਨਾਲ ਵਿਚਾਰ ਜਿਹੜੇ ਨੇ ਉਹ ਵੀ ਉਨੇ ਇੰਪੋਰਟੈਂਟ ਨੇ ਜਿੰਨੀ ਦਿੱਖ ਹੈ। ਸੋ ਇਸ ਕਰਕੇ ਭਗਤ ਸਿੰਘ ਨੇ ਤਾਂ ਕਿਹਾ ਹੀ ਸੀਗਾ ਕਿ ਜਿਹੜੇ ਇਨਕਲਾਬ ਦੀ ਜਿਹੜੀ ਸਾਣ ਹੈ ਉਹ ਵਿਚਾਰਾਂ ਤੇ ਤਿੱਖੀ ਹੁੰਦੀ ਹੈ, ਵਿਚਾਰਾਂ ਦੀ ਸਾਣ ਦੇ ਉੱਤੇ ਇਨਕਲਾਬ ਜਿਹੜਾ ਹੈਗਾ ਉਹ ਚੱਲਦਾ ਹੈ। ਸੋ ਇਸ ਕਰਕੇ ਸਾਨੂੰ ਵਿਚਾਰ ਜਿਹੜੇ ਹੁੰਦੇ ਆ ਉਹ ਜ਼ਿਆਦਾ ਬਚਾਉਣੇ ਉਹਨਾਂ ਦੇ ਇੰਪੋਰਟੈਂਟ ਨੇ। ਮੈਂ ਜੇ ਗਲਤ ਨਹੀਂ ਤਾਂ 8 ਸਾਲ ਪਹਿਲਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ, ਜਿੱਥੇ ਮੈਨੂੰ ਵੀ ਮੌਕਾ ਮਿਲਿਆ, ਤੁਸੀਂ ਉੱਥੇ ਵਿਦਿਆਰਥੀਆਂ ਨਾਲ ਵਿਚਰਦੇ ਹੋ, ਪੜ੍ਹਾਉਂਦੇ ਹੋ ਉਹਨਾਂ ਨੂੰ। 8 ਸਾਲ ਪਹਿਲਾਂ ਦੁਨੀਆ ਦੀ ਪਹਿਲੀ ਯੂਨੀਵਰਸਿਟੀ ਹੈ ਜਿੱਥੇ ਕਰਤਾਰ ਸਿੰਘ ਸਰਾਭੇ ਉਹਨਾਂ ਦੇ ਨਾਂ ਦੇ ਉੱਤੇ ਚੇਅਰ ਸਥਾਪਿਤ ਕੀਤੀ ਗਈ। ਉਸ ਚੇਅਰ ਦੇ ਲਈ ਸਰਕਾਰ ਕੀ ਸੋਚ ਰਹੀ ਹੈ, ਯੂਨੀਵਰਸਿਟੀ ਕੀ ਸੋਚ ਰਹੀ ਹੈ, ਯੂਜੀਸੀ ਨੇ ਕੀ ਪ੍ਰੋਜੈਕਟ ਦਿੱਤੇ ਨੇ, ਮਤਲਬ ਮੈਨੂੰ ਨਜ਼ਰ ਨਹੀਂ ਆ ਰਹੇ। ਬਿਲਕੁਲ, ਜਿਵੇਂ ਵਿਦਿਆਰਥੀਆਂ ਨਾਲ ਗੱਲ ਕਰਦੇ ਆ ਤੇ 8 ਸਾਲ ਹੋ ਗਏ, ਉਹਨਾਂ 8 ਸਾਲਾਂ ਦੇ ਵਿੱਚ ਕੋਈ ਪ੍ਰੋਜੈਕਟ ਨਹੀਂ ਹੈ ਜਾਂ ਕੋਈ ਤੁਹਾਡੇ ਨਜ਼ਰ ਹੋਵੇ, ਮੈਨੂੰ ਨਾ ਪਤਾ ਹੋਵੇ ਵੀ ਕੋਈ ਕੰਮ ਹੋਇਆ, ਉਹ ਦੱਸ ਦਿਓ। ਦੇਖੋ, ਕੋਈ ਇਹ ਤਾਂ ਨਿੱਜੀ ਸਾਡੀਆਂ ਕੋਸ਼ਿਸ਼ਾਂ ਜ਼ਰੂਰ ਹੈਗੀਆਂ ਨੇ ਜੀ। ਜਿਵੇਂ ਮੈਂ ਇਹ ਕਹਿਣਾ ਚਾਹੁੰਦਾ ਕਿ ਭੈਣ ਸੁਰਿੰਦਰ ਕੁਮਾਰੀ ਕੋਛੜ ਜੀ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਨੇ, ਉੱਥੇ ਅਹੁਦੇਦਾਰ ਨੇ ਜੀ, ਔਰ ਉਹਨਾਂ ਦੀ ਕੋਸ਼ਿਸ਼ਾਂ ਕਰਕੇ ਪੰਜਾਬੀ ਯੂਨੀਵਰਸਿਟੀ ਦੀ ਲਾਇਬ੍ਰੇਰੀ ਦੇ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਕਾਰਨਰ ਅਸੀਂ ਬਣਾਇਆ ਜੀ, ਔਰ ਇਹ ਉਹਨਾਂ ਦੀ ਐਫਰਟ ਸੀਗੀ। ਔਰ ਇਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਲਗਾਤਾਰ ਉਹਨਾਂ ਦੇ ਜਨਮ ਦਿਨ ਦੇ ਉੱਤੇ ਤੇ ਜਿਵੇਂ ਤੁਸੀਂ ਕਿਹਾ ਕਿ ਚੇਅਰ ਵੱਲੋਂ ਤੇ ਇਸੇ ਤਰ੍ਹਾਂ ਸ਼ਹੀਦੀ ਦਿਵਸ ਦੇ ਉੱਤੇ 2 ਵੱਖਰੇ ਜਿਹੜੇ ਪ੍ਰੋਗਰਾਮ ਨੇ ਉਹ ਵੀ ਕੀਤੇ ਜਾਂਦੇ ਨੇ, ਜਿਹਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ
ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਸੋਚ ਨਾਲ ਜੁੜੇ ਹੋਏ ਵਿਦਵਾਨ ਨੇ, ਔਰ ਚਾਹੇ ਉਹ ਪੰਜਾਬ ਦੇ ਵੱਡੇ ਵਿਦਵਾਨ ਹੋਣ, ਚਾਹੇ ਹਿੰਦੁਸਤਾਨ ਦੇ, ਚਾਹੇ ਬਾਹਰੋਂ ਹੋਣ, ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਨੂੰ ਵਿਦਿਆਰਥੀਆਂ ਦੇ ਰੂਬਰੂ ਕਰਾਇਆ ਜਾਵੇ ਔਰ ਉਹਨਾਂ ਦੀ ਜਿਹੜੀ ਸੋਚ ਹੈ ਗਦਰੀ ਬਾਬਿਆਂ ਦੀ, ਉਹਨੂੰ ਵਿਦਿਆਰਥੀਆਂ ਦੇ ਵਿੱਚ ਉਹਨਾਂ ਨੂੰ ਜਾਣਕਾਰੀ ਦਿੱਤੀ ਜਾਵੇ। ਉਹਨਾਂ ਦੇ ਉੱਤੇ ਜਿਹੜੀ ਫਿਲਮਾਂ ਬਣਾਈਆਂ ਜਾਂਦੀਆਂ, ਦਿਖਾਈਆਂ ਵੀ ਜਾਂਦੀਆਂ ਨੇ, ਔਰ ਉਹਨਾਂ ਦੇ ਬਾਰੇ ਨਾਟਕ ਵੀ ਜਿਹੜੇ ਨੇ ਉਹ ਖੇਡੇ ਜਾਂਦੇ ਨੇ। ਇੱਕ ਤਾਂ ਇਹ ਚੱਲ ਰਿਹਾ। ਜਿਹੜੀ ਰਿਸਰਚ ਦੀ ਗੱਲ ਹੈ ਕਿ ਜਿਵੇਂ ਅਸੀਂ ਖੁਦ ਜਾ ਕੇ ਜਿਹੜੇ ਕਾਲਜਿਸ ਨੇ, ਕਾਲਜਾਂ ਦੇ ਵਿੱਚ ਜਾਂ ਵੱਖ-ਵੱਖ ਕਈ ਵਾਰੀ ਯੂਨੀਵਰਸਿਟੀ ਦੇ ਵਿੱਚ ਵੀ ਉਹਨਾਂ ਦੇ ਨਾਂ ਦੇ ਉੱਤੇ ਅਸੀਂ ਜਿਹੜਾ ਹੈਗਾ ਰਿਸਰਚ ਪੇਪਰ ਪੜ੍ਹਾ ਕੇ ਬੱਚਿਆਂ ਤੋਂ, ਖੁਜਾਰਥੀਆਂ ਤੋਂ, ਉਹ ਫਿਰ ਅਸੀਂ ਕਿਤਾਬ ਜਿਹੜਾ ਹੈਗਾ ਤਿਆਰ ਕਰ ਦਿੰਦੇ ਆ। ਔਰ ਜਿੱਥੋਂ ਤੱਕ ਸਰਕਾਰਾਂ ਦੀ ਗੱਲ ਹੈ, ਸਰਕਾਰ ਦੀ ਜਾਂ ਜਿਹੜੇ ਯੂਨੀਵਰਸਿਟੀ ਅਥਾਰਟੀ ਦੀ, ਉਹ ਕੋਈ ਬਹੁਤਾ ਇੰਟਰਸਟ ਮੈਨੂੰ ਲੈਂਦੀ ਦਿਖਾਈਆਂ ਨਹੀਂ ਦਿੰਦੀਆਂ ਨਾ ਸਰਕਾਰ ਦੇ ਮਤਲਬ ਸਿਰਫ ਇੱਥੋਂ ਤੱਕ ਇਹ ਵੀ 24 ਤੇ 16 ਦਿਨ ਹੀ ਮਨਾਉਣੇ ਆ। ਅਸੀਂ ਦਿਨ ਉਹ ਜ਼ਰੂਰ ਕੋਸ਼ਿਸ਼ ਕਰੀਦੀ ਹੈ ਕਿ ਵੱਖ-ਵੱਖ ਵਿਦਵਾਨਾਂ ਦੇ ਲੈਕਚਰ ਕਰਾ ਲਏ ਜਾਣ, ਔਰ ਉਹ ਉੱਥੋਂ ਤੱਕ ਸੀਮਿਤ ਹੋ ਜਾਂਦਾ। ਔਰ ਜਿੰਨੀ ਦੇਰ ਸਰਕਾਰਾਂ ਜਾਂ ਅਥਾਰਟੀ ਜਿਹੜੀ ਹੈਗੀ ਹੈ ਬਾਂਹ ਨਹੀਂ ਫੜਦੀ ਚੇਅਰ ਦੀ, ਉਨੀ ਦੇਰ ਇਹ ਸਿਲਸਿਲਾ ਜਿਹੜਾ ਹੈਗਾ ਅੱਗੇ ਨਹੀਂ ਵੱਧ ਸਕਦਾ। ਸੋ ਸਾਨੂੰ ਉਮੀਦ ਹੈ, ਹੁਣ ਬੱਚੀ ਹੈ ਜ਼ਰੂਰ ਭਗਵੰਤ ਮਾਨ ਹੋਰਾਂ ਦੀ ਸਰਕਾਰ ਤੋਂ, ਕਿ ਜੇਕਰ ਹੁਣ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਛੁੱਟੀ ਵੀ ਕੀਤੀ ਹੈ, ਅਗਲਾ ਜਿਹੜਾ 15 ਨਵੰਬਰ ਆਏਗਾ ਔਰ ਸ਼ਹੀਦੀ ਦਿਵਸ ਦੇ ਉੱਤੇ ਗਵਰਨਮੈਂਟ ਵੱਲੋਂ ਛੁੱਟੀ ਹੋਈ ਹੈ, ਪਹਿਲੀ ਵਾਰੀ ਹੋਈ ਹੈ। ਸੋ ਜੇਕਰ ਜਿਵੇਂ ਤੁਸੀਂ ਕਿਹਾ ਹੈ ਕਿ ਮਾਨ ਸਾਹਿਬ ਭਗਵੰਤ ਮਾਨ ਜੀ ਸ਼ਹੀਦ ਭਗਤ ਸਿੰਘ ਹੋਰਾਂ ਦੀ ਸੋਚ ਨਾਲ ਖੜੇ ਦਿਖਾਈ ਦਿੰਦੇ ਨੇ, ਤਾਂ ਲਾਜ਼ਮੀ ਤੌਰ ਤੇ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਚੇਅਰ ਦੀ ਵੀ ਉਹ ਬਾਂਹ ਫੜਨਗੇ। ਔਰ ਜਿਵੇਂ ਯੂਨੀਵਰਸਿਟੀ ਨੂੰ ਉਹਨਾਂ ਨੇ ਪੈਸਾ ਦਿੱਤਾ ਹੈ, ਉਸੇ ਤਰ੍ਹਾਂ ਚੇਅਰ ਨੂੰ ਵੀ ਪੈਸਾ ਦਿੱਤਾ ਜਾਏਗਾ। ਇਹ ਉਮੀਦ ਵੱਜੀ ਹੈ। ਇੱਕ ਜਾਂਦੇ ਸਵਾਲ ਇੱਕ ਵੀ ਕਰਤਾਰ ਸਰਾਭੇ ਹੋਣਾ ਬਾਰੇ ਆਪਾਂ ਗੱਲ ਕਰ ਰਹੇ ਹਾਂ, 24 ਮਈ ਨੂੰ ਜਨਮ ਦਿਨ ਹੈ ਕਰਤਾਰ ਸਰਾਭੇ ਬਾਰੇ। ਇਹ ਪੜ੍ਹਿਆ ਜਾਂਦਾ, ਸੁਣਿਆ ਵੀ ਜਾਂਦਾ ਹੈਗਾ, ਕਿੱਸੇ ਸੁਣਦੇ ਆਪਾਂ ਵੀ ਪਹਿਲੇ ਭਾਰਤੀ ਸੀ ਜਿਨ੍ਹਾਂ ਨੇ ਜਹਾਜ਼ ਉਡਾਇਆ ਸੀ। ਉਹ ਕਹਿੰਦੇ ਵੀ ਜੇ ਇਨਕਲਾਬ ਦੀ ਲੜਾਈ ਲੜਨੀ ਹੈ ਤਾਂ ਤੁਹਾਨੂੰ ਜਹਾਜ਼ ਉਡਾਉਣੇ ਵੀ ਚਾਹੀਦੇ ਨੇ। ਉਹਨਾਂ ਦੇ ਬਹੁਤ ਸਾਰੇ ਕਿੱਸੇ ਹੋਣਗੇ, ਬਹੁਤ ਸਾਰੀਆਂ ਕਹਾਣੀਆਂ ਹੋਣਗੀਆਂ ਜਿਹੜੀਆਂ ਕਿਤਾਬਾਂ 'ਚ ਨੇ। ਅੱਜ ਵਾਲੀ ਨੌਜਵਾਨੀ ਕਿਤਾਬ ਨਾਲ ਟੁੱਟੀ ਹੋਈ ਆ, ਮੋਬਾਈਲ ਨਾਲ ਜੁੜੀ ਹੋਈ ਆ। ਇੱਕ ਦਾ ਕਿੱਸਾ ਸਾਂਝਾ ਕਰ ਦਿਓ ਕੋਈ। ਉਹਨਾਂ ਦੇ ਜੀਵਨ ਨਾਲ ਬਹੁਤ ਸਾਰੇ ਕਿੱਸੇ ਜੁੜੇ ਹੋਏ ਨੇ, ਔਰ ਵਿਸ਼ੇਸ਼ ਤੌਰ ਤੇ ਜਿਵੇਂ ਆਪਾਂ ਜ਼ਿਕਰ ਕਰੀਏ ਤਾਂ ਜਦੋਂ ਗਦਰ ਪਾਰਟੀ ਨੇ ਸੋਚਿਆ ਕਿ ਸਾਨੂੰ ਪੈਸਿਆਂ ਦੀ ਘਾਟ ਹੈ ਔਰ ਜੇਕਰ ਅਸੀਂ ਹਥਿਆਰ ਖਰੀਦਣੇ ਆ ਤਾਂ ਸਾਨੂੰ ਲਾਜ਼ਮੀ ਤੌਰ ਤੇ ਪੈਸੇ ਜਿਹੜੇ ਨੇ ਉਹ ਇਕੱਠੇ ਕਰਨੇ ਚਾਹੀਦੇ ਨੇ, ਤਾਂ ਇੱਕ ਤਰੀਕਾ ਇਹ ਲੱਭਿਆ ਗਿਆ ਕਿ ਜਿਹੜੇ ਅਮੀਰ ਲੋਕ ਨੇ ਉਹਨਾਂ ਤੋਂ ਪੈਸੇ ਕਿਵੇਂ ਨਾ ਕਿਵੇਂ ਲਏ ਜਾਣ। ਤਾਂ ਉਹ ਇੱਕ ਘਰ ਨੂੰ ਚੁਣਦੇ ਨੇ, ਅਮੀਰ ਘਰ ਨੂੰ, ਔਰ ਉੱਥੇ ਜਾ ਕੇ ਜਿਹੜਾ ਹੈਗਾ ਉੱਥੇ ਡਾਕਾ ਮਾਰਦੇ ਨੇ। ਔਰ ਜਦੋਂ ਉਸ ਘਰ ਦੀਆਂ ਲੇਡੀਜ਼ ਆਉਂਦੀਆਂ ਨੇ ਬਾਹਰ, ਔਰ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਆਪਣਾ ਗਹਿਣੇ ਗੱਟੇ ਜਿਹੜੇ ਨੇ ਜਾਂ ਹੋਰ ਜਿਹੜਾ ਪੈਸਾ ਟਕਾ ਹੈ ਉਹ ਰੱਖੋ, ਤਾਂ ਉੱਥੇ ਜਾ ਕੇ ਇੱਕ ਬੰਦਾ ਜਿਹੜਾ ਹੁੰਦਾ ਹੈ ਉਸ ਗਰੁੱਪ ਦੇ ਵਿੱਚੋਂ ਕਿਤੇ ਨਾ ਕਿਤੇ ਉਹ ਗਲਤ ਕੋਈ ਹਰਕਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਤਾਂ ਸਰਾਭਾ ਜੀ ਉਸ ਬੰਦੇ ਨੂੰ ਜਿੱਥੇ ਡਾਂਟਦੇ ਨੇ ਔਰ ਉਹਦੇ ਤੋਂ ਮਾਫੀ ਮੰਗਾਉਂਦੇ ਨੇ, ਤਾਂ ਉੱਥੇ ਜਾ ਕੇ ਤੁਸੀਂ ਉਹਨਾਂ ਦਾ ਜਿਹੜਾ ਹੈਗਾ ਉਹ ਲੁੱਟਿਆ ਹੋਇਆ ਸਮਾਨ ਵੀ ਉਹ ਵਾਪਸ ਕਰਦੇ ਆ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾਓ ਕਿ ਇੱਕ ਕਰੈਕਟਰ ਜਿੱਦਾਂ ਦਾ ਹੋਣਾ ਚਾਹੀਦਾ ਇਨਕਲਾਬੀ ਦਾ, ਇੱਕ ਉੱਥੋਂ ਸਾਨੂੰ ਸਰਾਭਾ ਜੀ ਦਾ ਜੋ ਉਸ ਉਮਰ ਦੇ ਵਿੱਚ, ਛੋਟੀ ਉਮਰ ਦੇ ਵਿੱਚ ਇੱਕ ਵੱਡਾ ਕਰੈਕਟਰ ਉਹ ਸਾਨੂੰ ਇਹਨਾਂ ਘਟਨਾਵਾਂ ਚੋਂ ਦਿਖਾਈ ਦਿੰਦਾ ਹੈ। ਸੋ ਇਦਾਂ ਦੇ ਹੋਰ ਬਹੁਤ ਸਾਰੇ ਜਿਹੜੇ ਤੁਸੀਂ ਕਿੱਸੇ ਸੁਣ ਸਕਦੇ ਹੋ, ਪੜ੍ਹ ਸਕਦੇ ਹੋ, ਔਰ ਆਪਾਂ ਜਦੋਂ ਵੀ ਕਦੇ ਮੌਕਾ ਮਿਲੇਗਾ ਤਾਂ ਹੋਰ ਵੀ ਕਿੱਸੇ ਆਪਾਂ ਨਵੀਂ ਪੀੜ੍ਹੀ ਲਈ ਜਿਹੜੇ ਨਿੱਕੇ ਬੱਚੇ ਨੇ ਜੇ ਕਰਤਾਰ ਸਰਾਭੇ ਬਾਰੇ ਪੜ੍ਹਨਾ ਚਾਹੁੰਦੇ ਨੇ, ਬਿਲਕੁਲ ਮੁੱਢਲੀ ਕਿਤਾਬ ਕਿਹੜੀ? ਦੇਖੋ ਬਹੁਤ ਸਾਰੀਆਂ ਪੁਸਤਕਾਂ ਪੰਜਾਬੀ ਯੂਨੀਵਰਸਿਟੀ ਵੱਲੋਂ ਵੀ ਛਾਪੀਆਂ ਗਈਆਂ ਨੇ, ਔਰ ਸੰਧੂ ਸਾਹਿਬ ਵਰਿਆਮ ਸਿੰਘ ਸੰਧੂ ਹੋਰਾਂ ਨੇ ਬਹੁਤ ਖੂਬਸੂਰਤ ਜੀਵਨੀ ਉਹਨਾਂ ਦੀ ਜਿਹੜੀ ਹੈਗੀ ਹੈ ਲੇਟੈਸਟ ਮੈਂ ਕਹਾਂ ਕਿ ਜ਼ਰੂਰ ਉਹ ਪੜ੍ਹਨੀ ਚਾਹੀਦੀ ਹੈ। ਇਸ ਤੋਂ ਬਿਨਾਂ ਹੋਰ ਵੱਖ-ਵੱਖ ਰਾਈਟਰਾਂ ਨੇ ਉਹਨਾਂ ਦੀ ਜੀਵਨੀ ਜਿਹੜੀ ਹੈਗੀ ਹੈ ਲਿਖੀ ਹੈ, ਔਰ ਛੋਟੇ-ਛੋਟੇ ਕਿੱਸੇ, ਇੱਥੋਂ ਤੱਕ ਕਿ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦਾ ਲੇਖ ਜਿਹੜਾ ਹੈਗਾ ਉਹ ਅਸੀਂ ਕਾਫੀ ਵਾਰ ਜਿਹੜਾ ਵੰਡਿਆ ਹੈ, ਉਹ ਉਹਨੂੰ ਛਪਾਇਆ, ਰੀਪ੍ਰਿੰਟ ਕੀਤਾ ਹੈ। ਸੋ ਉਹ ਵੀ ਇੱਕ ਛੋਟਾ ਜਿਹਾ ਲੇਖ ਹੈ, ਉਹ ਵੀ ਸ਼ਹੀਦ ਆਜ਼ਮ ਨੇ ਉਹਨਾਂ ਨੂੰ ਸ਼ਰਧਾਂਜਲੀ ਦੇ ਤੌਰ ਤੇ ਲਿਖਿਆ, ਉਹ ਵੀ ਜ਼ਰੂਰ ਜਿਹੜਾ ਹੈਗਾ ਨੌਜਵਾਨਾਂ ਨੂੰ ਪੜ੍ਹਨਾ ਚਾਹੀਦਾ ਹੈ। ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ, ਤੁਸੀਂ ਇਸ ਵਿਸ਼ੇ ਦੇ ਉੱਤੇ ਕਰਤਾਰ ਸਰਾਭਾ, ਸ਼ਹੀਦ ਕਰਤਾਰ ਸਰਾਭਾ ਬਾਰੇ ਗੱਲਬਾਤ ਸਾਂਝੀ ਕੀਤੀ। ਬਹੁਤ ਬਹੁਤ ਸ਼ੁਕਰੀਆ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਮਿਹਰਬਾਨੀ।